ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ, ਵਾਪਰੀਆਂ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਦੇ ਵਿੱਚ ਇੰਸ਼ੋਰੈਂਸ ਦੇ ਨਾਲ ਜੁੜੀਆਂ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਲੈ ਸਕਦੇ ਹੋ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਸਲਾਹ ਹੈ ਤਾਂ 415 909 0503 ਡਾਇਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਵੀ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਖਰੀਦੋ ਫਰੋਖਤ ਕੀਤੀ ਜਾ ਸਕਦੀ ਹੈ। ਲੋਕੇਸ਼ਨ ਅਸੈਂਤਾ ਨੇਲਾ ਦੀ ਨਿਮਾ ਸਹੂਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਤੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਦੇਣ ਦੇ ਲਈ ਜਾਣੇ ਜਾਂਦੇ ਨੇ। 559 800 0590 ਇਹਨਾਂ ਦਾ ਨੰਬਰ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 855 905 2575 ਤੇ। ਹੁਣ ਜੁੜਦੇ ਆਪਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਪਹਿਲੀ ਖਬਰ ਵੱਲ ਵਧ ਗਏ। ਰੈੱਡ ਕਾਰਨਰ ਨੋਟਿਸ ਨੂੰ ਲੈ ਕੇ CBI ਨੇ ਪੰਜਾਬ ਪੁਲਿਸ ਤੇ ਭਾਂਡਾ ਭੰਨਿਆ। ਦੇਖੋ, ਪੰਜਾਬ ਪੁਲਿਸ ਨੇ ਕੱਲ ਦਾਅਵਾ ਕੀਤਾ ਸੀਗਾ ਕਿ ਅਸੀਂ 19 ਤਰੀਕ ਨੂੰ ਹੀ ਜਿਹੜਾ ਇੱਕ ਪ੍ਰਪੋਜ਼ਲ ਸੀਗਾ CBI ਨੂੰ ਘੱਲ ਦਿੱਤਾ ਜੀ ਤਾਂ ਕਿ ਜੋ ਗੋਲਡੀ ਬਰਾੜ ਹੈ ਉਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਜਾਵੇ। ਜੀ ਤਾਂ ਇਸ ਤੇ ਇੱਕ ਬਹਿਸ ਬੜੀ ਛਿੜੀ ਪਈ ਸੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਕਰ ਦਿੱਤਾ ਗਿਆ ਹੁੰਦਾ, ਵੇਲਾ ਸਾਂਭ ਲਿਆ ਗਿਆ ਹੁੰਦਾ, ਵੇਲਾ ਵਿਆਇਆ ਨਾ ਹੁੰਦਾ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਦੁਨੀਆ ਦੇ ਵਿੱਚ ਹੁੰਦਾ। ਜੀ ਤਾਂ ਫਿਰ ਉਸ ਤੋਂ ਬਾਅਦ ਸਾਰੀ ਗੱਲ ਜਿਹੜੀ ਆ CBI ਤੇ ਚੱਲ ਗਈ। ਵੈਸੇ ਦੇਖੋ, ਇਹ ਜਿਹੜੇ ਜਾਣੂ ਬੰਦੇ ਉਹਨਾਂ ਵਾਸਤੇ ਹਾਸੇ ਮਜ਼ਾਕ ਦੀਆਂ ਗੱਲਾਂ ਹੁੰਦੀਆਂ ਨੇ ਜੀ ਕਿ ਇੱਥੇ ਮਾਲੀਏ ਵਰਗੇ ਜਿਹੜੇ ਆ ਉਹ UK 'ਚ ਬੈਠੇ ਨੇ ਇੰਨੇ ਚਿਰ ਦੇ, ਉਹਨਾਂ ਨੂੰ ਇਹ 10 ਦਿਨਾਂ 'ਚ ਨਹੀਂ ਲਿਆ ਸਕੇ। 10 ਦਿਨਾਂ 'ਚ ਨਹੀਂ ਲਿਆਂਦਾ ਜਾ ਸਕਿਆ, ਸਭ ਨੂੰ ਪਤਾ ਹੈ। ਜੀ ਨੀਰਵ ਮੋਦੀ ਆ, ਬਥੇਰੇ ਤੁਰੇ ਫਿਰਦੇ ਨੇ। ਤਾਂ 10 ਦਿਨਾਂ 'ਚ ਕੀ ਹੋ ਜਾਂਦਾ, ਜਿਹੜੇ ਜਾਣਦੇ ਨੇ, ਜਿਨ੍ਹਾਂ ਨੇ ਇਸ ਸਿਸਟਮ ਨੂੰ ਪਰਖਿਆ ਕਸੌਟੀਆਂ ਤੇ ਅਲੱਗ-ਅਲੱਗ, ਉਹਨਾਂ ਨੂੰ ਪਤਾ ਕਿ ਕਿੰਨਾ ਕੁ ਭੱਜਦਾ ਤੇ ਕਿੰਨੀ ਕੁ ਇਹਦੇ 'ਚ ਹੋਰ ਉਮੀਦ ਹੁੰਦੀ ਹੈ। ਜਦੋਂ ਇਹੋ ਜਿਹਾ ਮਾਮਲਾ ਹੁੰਦਾ, ਐਕਸਟਰਾ ਉਮੀਦ ਕਿੰਨੀ ਕੁ। ਤਾਂ CBI ਨੂੰ ਲੱਗਿਆ ਕਿ ਹਾਂ ਹੁਣ ਜਵਾਬ ਦੇਣਾ ਪਏਗਾ, ਤਾਂ CBI ਨੇ ਇੱਕ ਜਵਾਬ ਦੇ ਦਿੱਤਾ। CBI ਨੇ ਮੋੜਵਾਂ ਜਵਾਬ ਇਹੀ ਦਿੱਤਾ ਹੈ ਕਿ ਇਹਨਾਂ ਨੇ 29 ਮਈ ਨੂੰ ਜਦੋਂ ਇਹ ਸਾਰਾ ਕੁਝ ਵਾਪਰ ਗਿਆ, ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇੰਟਰਪੋਲ ਨੂੰ ਭੇਜਣ ਵਾਸਤੇ ਬੇਨਤੀ ਆਈ ਸੀ, ਉਹ 30 ਮਈ ਨੂੰ ਸਾਡੇ ਕੋਲ ਈਮੇਲ ਦੇ ਜ਼ਰੀਏ ਆ, ਜਿਹਦੇ ਵਿੱਚ 19 ਵਾਲੀ ਚਿੱਠੀ ਹੈ। ਹੁਣ ਇਹ ਇੱਕ ਬੜਾ ਵੱਡਾ ਸਵਾਲ ਬਣ ਗਿਆ ਹੈ, ਇਹ ਬਹੁਤ ਵੱਡਾ ਸਵਾਲ ਬਣ ਗਿਆ। ਹਾਲਾਂਕਿ ਵੈਸੇ ਜੇ ਇਹਨਾਂ ਨੂੰ ਪਤਾ ਨਾ ਹੋਵੇ ਪੰਜਾਬ ਪੁਲਿਸ ਨੂੰ, ਤੇ ਇਹ ਵੀ ਹਾਸੋਹੀਣੀ ਗੱਲ ਆ ਕਿ ਸਿੱਧਾ ਕੋਈ ਰੈੱਡ ਕਾਰਨਰ ਨੋਟਿਸ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਜਾ ਕੇ CBI ਦੇ ਕਾਊਂਟਰ ਤੇ ਖਲੋ ਜਾਵੋ ਤੇ ਰਿਸੈਪਸ਼ਨਿਸਟ ਨੂੰ ਆਖੋ ਕਿ ਇੱਕ ਦਿਆ ਚ ਮੈਨੂੰ 10 ਲੱਖ ਰੁਪਏ ਦਾ ਬਣਾ ਕੇ। ਏਦਾਂ ਨਹੀਂ ਚੱਲਦਾ, ਕਿਉਂਕਿ ਇੰਟਰਪੋਲ ਦਾ ਇੱਕ ਹੈੱਡਕੁਆਟਰ ਆ ਲਿਓਨ ਦੇ ਵਿੱਚ, ਫਰਾਂਸ ਦੇ ਵਿੱਚ। ਉਸ ਤੋਂ ਬਾਅਦ ਜਦੋਂ ਸਾਰੀ ਫਾਰਮੈਲਿਟੀ ਭੇਜੀ ਜਾਂਦੀ ਆ, ਕੇਸ ਮੁਤਲਕ ਸਾਰੀ ਜਾਣਕਾਰੀ ਸ਼ੇਅਰ ਕੀਤੀ ਜਾਂਦੀ, ਉਸ ਤੋਂ ਬਾਅਦ ਉਹ ਬਣਦਾ ਹੈ ਨੋਟਿਸ। ਇਹ ਨਹੀਂ ਹੈਗਾ ਕਿ ਉਹ ਕੋਈ ਟੋਕਨ ਹੈ ਕਿ ਜਾ ਕੇ ਤੁਸੀਂ $1-2 ਦਿਓਗੇ ਤੇ ਉਹ ਖਰੀਦ ਲਓਗੇ। ਇਹ ਪਤਾ ਨਹੀਂ ਸਾਰਾ ਕੁਝ ਲੋਕਾਂ ਨੂੰ ਕਿਵੇਂ ਪਰੋਸੀ ਜਾ ਰਹੇ ਆ। ਤਾਂ ਫਿਰ ਉਹਨਾਂ ਨੇ ਇਸ ਗੱਲ ਤੇ ਇੱਕ ਨਵੀਂ ਬਹਿਸ ਛੇੜ ਦਿੱਤੀ CBI ਵਾਲਿਆਂ ਨੇ ਕਿ ਬਈ ਜੇ ਇਹਨਾਂ ਨੇ 29 ਮਈ ਤੋਂ ਬਾਅਦ ਅਗਲੇ ਦਿਨ ਇਹ ਸਾਰਾ ਕੁਝ ਕੀਤਾ ਵਾ, ਤਾਂ ਜਿਹੜੀ ਉਹ ਚਿੱਠੀ ਆ, ਜਿਹੜੀ 19 ਦਾ ਜ਼ਿਕਰ ਕਰਦੇ ਆ ਕਿ ਅਸੀਂ ਚਿੱਠੀ ਲਿਖੀ ਆ, ਕਿ ਉਹ ਚਿੱਠੀ ਉਸ ਡੇਟ ਨੂੰ ਲਿਖ ਕੇ ਘੱਲੀ ਸੀ, ਦੁਬਾਰਾ ਰਿਮਾਈਂਡਰ ਦੇ ਤੌਰ ਤੇ ਈਮੇਲ ਭੇਜਿਆ, ਜਾਂ 19 ਨੂੰ ਲਿਖ ਕੇ ਚਿੱਠੀ ਤੇ ਵਿੱਚ ਹੀ ਰੱਖ ਲਈ ਫਾਈਲ ਦੇ, ਤੇ ਫਿਰ ਇੱਕ ਦਿਨ ਬਾਅਦ ਈਮੇਲ ਦੇ ਨਾਲ ਉਹ ਲਾ ਦਿੱਤੀ। ਇਹਦੇ ਤੇ ਹੁਣ
ਪੰਜਾਬ ਪੁਲਿਸ ਨੂੰ ਸਾਰੇ ਡਾਕੂਮੈਂਟ ਜਿਹੜੇ ਆ ਉਹ ਲਿਆ ਕੇ ਤੇ ਪੀਸੀ ਦੇ ਵਿੱਚ ਰੱਖਣੇ ਪੈਣਗੇ ਕਿ ਭਾਈ ਤੁਸੀਂ ਕਰ ਕੀ ਰਹੇ ਹੋ, ਝੂਠ ਦਰ ਝੂਠ, ਫਰੇਬ ਦਰ ਫਰੇਬ ਕਰ ਕੀ ਰਹੇ ਹੋ ਤੁਸੀਂ। ਅੱਜ ਤੱਕ ਹੁਣ 24 ਘੰਟੇ ਬੀਤ ਗਏ ਨੇ, ਕੱਲ ਵੀ ਤੁਹਾਡੇ ਨਾਲ ਇਸ ਵੇਲੇ ਜੁੜਿਆ ਸਾਂ, ਕੱਲ ਵੀ ਕਿਹਾ ਸੀਗਾ ਕਿ ਹਾਲੇ ਵੀ ਅਸਪਸ਼ਟਤਾ ਹੈ ਕਿ ਕੀ ਲਾਰੈਂਸ ਨਾਮਜ਼ਦ ਹੈ ਪਰਚੇ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਜੋ ਪਰਚਾ ਹੈ ਜੀ, ਕਿ ਗੋਲਡੀ ਬਰਾੜ ਹੁਣ ਨਾਮਜ਼ਦ ਕਰ ਲਿਆ, ਕਿਉਂਕਿ ਇਹ ਜਿਹੜੇ ਮੰਗਦੇ ਪਏ ਨੇ ਨਾ ਰੈੱਡ ਕਾਰਨਰ ਨੋਟਿਸ, ਉਹ ਵੀ 2 ਪੁਰਾਣੇ ਮਾਮਲਿਆਂ 'ਚ ਮੰਗ ਰਹੇ ਨੇ ਜੀ। ਇਸ ਮਾਮਲੇ ਨੂੰ ਕੀ, ਕਿਉਂਕਿ ਜੇ ਤੁਸੀਂ 30 ਨੂੰ ਈਮੇਲ ਕੀਤਾ ਤੇ ਉਦੋਂ ਤੱਕ ਜ਼ਿੰਮੇਵਾਰੀ ਆ ਗਈ ਸੀ, ਥੋੜਾ ਜਿਹਾ ਸਬਰ ਕਰਕੇ ਤਾਂ ਕੀ ਇਸ ਕੇਸ ਦਾ ਵੀ ਪੁਲੰਦਾ ਨਹੀਂ ਸੀ ਲਿਆ ਜਾ ਸਕਦਾ ਜੇ ਤੁਸੀਂ ਨਾਮਜ਼ਦ ਕੀਤਾ। ਜੇ ਤੁਸੀਂ ਨਾਮਜ਼ਦ ਹੀ ਨਹੀਂ ਕੀਤਾ, ਫਿਰ ਸਰਕਾਰ ਦੇ ਤਰਜਮਾਨ ਜਾਂ ਤੁਹਾਡੀ ਜਿਹੜੀ ਸਾਰੀ ਪੁਲਿਸ ਆ ਉਹ ਇਸ ਦੇ ਘੇਰੇ ਘੇਰੇ ਕਿਉਂ ਫਿਰਦੀ ਹੈ। ਬੜੇ ਵੱਡੇ ਸਵਾਲ ਨੇ, ਬੜੇ ਟੈਕਨੀਕਲ ਸਵਾਲ ਨੇ, ਤੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦਾ, ਕੋਈ ਇਹਦੇ ਤੇ ਸਪਸ਼ਟਤਾ ਮੰਗਦਾ ਵੀ ਨਹੀਂ। ਇੱਥੇ ਪੱਤਰਕਾਰਾਂ ਨੂੰ ਅੱਜ ਕੱਲ ਹੋਰ ਕੰਮਾਂ ਤੋਂ ਫੁਰਸਤ ਨਹੀਂ ਹੈ, ਨਿਆਂ ਤੇ ਸਪਸ਼ਟਤਾ ਜਵਾਬ ਇਹਨਾਂ ਚੀਜ਼ਾਂ ਨੂੰ ਮੰਗਿਆ ਹੀ ਨਹੀਂ ਜਾਂਦਾ। ਵਿਊਜ਼ ਮੰਗੇ ਜਾਂਦੇ, ਇਧਰੋਂ ਵੀ ਦੇ ਦੇ, ਇਧਰੋਂ ਵੀ ਦੇ ਦੇ, ਮੇਰੀ ਇਧਰੋਂ ਚੜ੍ਹਤ ਹੋ ਜਾਏ, ਮੇਰੀ ਉਧਰੋਂ ਚੜ੍ਹਤ ਹੋ ਜਾਏ, ਸਾਰੇ ਚੜ੍ਹਤਾਂ ਨੂੰ ਬੜਕਾ ਮਾਰਦੇ ਪਏ ਨੇ। ਤਾਂ ਗੱਲ ਇਹ ਹੈ ਕਿ ਤੁਸੀਂ ਜਦੋਂ ਤੱਕ ਡਿਮਾਂਡ ਨਹੀਂ ਕਰੋਗੇ, ਜਦ ਤੱਕ ਮੰਗ ਨਹੀਂ ਕਰੋਗੇ, ਲੋਕਾਂ ਨੂੰ ਨਹੀਂ ਰੱਖੋਗੇ ਸਾਹਮਣੇ ਕਿ ਹਾਂ ਬਈ ਆਹ ਮਸਲਾ ਹੈ, ਤਾਂ ਜਦ ਤੱਕ ਲੋਕਾਂ ਦਾ ਸਵਾਲ ਨਹੀਂ ਬਣੇਗਾ, ਸਿਆਸਤ ਦਾ ਜਵਾਬ ਕਦੇ ਬਣਦਾ ਹੀ ਨਹੀਂ। ਤਾਂ ਇਹ ਹਾਲੇ ਲੋਕਾਂ ਤੱਕ ਜਾਣਕਾਰੀ ਜਿਹੜੀ ਆ ਉਹ ਟੈਕਨੀਕਲ ਚੀਜ਼ਾਂ ਦੀ ਨਹੀਂ ਹੁੰਦੀ। ਕਈ ਵਾਰ ਆਹ ਸਾਰੀ ਸੂਰਤ ਹਾਲ ਆ ਕਿ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਇੱਥੇ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਇਹ ਆਪਸ 'ਚ ਏਜੰਸੀਆਂ ਉਲਝੀਆਂ ਪਈਆਂ, ਕੋਈ ਇਨਵੈਸਟੀਗੇਟਿਵ ਏਜੰਸੀ ਹੈ, ਕੋਈ ਲਾ ਇਨਫੋਰਸਮੈਂਟ ਏਜੰਸੀ ਹੈ, ਉਹ ਸਾਰੀਆਂ ਉਲਝੀਆਂ ਪਈਆਂ ਨੇ ਆਪੋ ਵਿੱਚ, ਕੋਈ ਸੁਰ ਪਤਾ ਨਹੀਂ ਲੱਗ ਰਿਹਾ। ਤਾਂ ਹੁਣ ਦੇਖਣਾ ਹੋਏਗਾ ਅੱਗੇ ਕੀ ਹੁੰਦਾ ਹੈ। ਕੁਛ ਅੱਜ ਵੀ ਇਹਨਾਂ ਨੇ ਫੜੋ ਫੜਾਈ ਕੀਤੀ ਆ, ਕੁਛ ਬੰਦੇ ਡਿਟੇਨ ਕੀਤੇ ਨੇ, ਕੁਛ ਛਾਪੇਮਾਰੀ ਹੋ ਰਹੀ ਆ, ਚੈਕਿੰਗ ਸ਼ੈਕਿੰਗ ਚੱਲਦੀ ਆ, ਅੰਦਰ ਖਾਤੇ ਇਹ ਵੀ ਪਤਾ ਲੱਗਿਆ ਕਿ ਕੁਛ ਬੰਦੇ ਇਹਨਾਂ ਨੇ ਬਿਠਾ ਰੱਖੇ ਆ। ਬਿਠਾ ਰੱਖਣ ਤੋਂ ਭਾਵ ਇਹ ਆ ਕਿ ਸ਼ੱਕੀ ਤੌਰ ਤੇ ਹਿਰਾਸਤ ਦੇ ਵਿੱਚ ਲਏ ਆ, ਗ੍ਰਿਫਤਾਰੀ ਕਿਸੇ ਵੇਲੇ ਵੀ ਪਾਈ ਜਾ ਸਕਦੀ ਹੈ। ਤੋ ਇਹ ਤੇ ਇੱਕ ਪਾਸਾ ਹੈ ਗੱਲ ਦਾ, ਪਰ ਸਭ ਤੋਂ ਵੱਡਾ ਇਹ ਮਸਲਾ ਤੇ ਫਿਰ ਪੈਦਾ ਹੋ ਗਿਆ ਨਾ ਕਿ ਪਹਿਲਾਂ ਉਹ ਮਸਲਾ ਹਾਲੇ ਅਣਸੁਲਝਿਆ ਹੈ ਕਿ ਕੀ ਨਵੀਂ ਦਿੱਲੀ ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਹੈ ਸ਼ਾਹਰੁਖ ਦੀ, ਕਿ ਉਹ ਇਨਪੁਟ ਆਈ ਸੀ ਕਿ ਨਹੀਂ ਆਈ। ਜੇ ਆਈ ਔਨ ਰਿਕਾਰਡ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਬਾਰੇ ਜਾਣਕਾਰੀ ਕਿਉਂ ਨਹੀਂ ਦਿੰਦੀ? ਜੇ ਨਹੀਂ ਸੀ, ਦਿੱਲੀ ਪੁਲਿਸ ਕਿਉਂ ਕਹਿ ਰਹੀ ਹੈ? ਇਹਦਾ ਕੋਈ ਜਵਾਬ ਨਹੀਂ ਹੈ। ਲਾਰੈਂਸ ਨੂੰ ਮਾਸਟਰਮਾਈਂਡ ਪੁਲਿਸ ਮੰਨ ਰਹੀ ਹੈ ਪੰਜਾਬ ਦੀ ਕਿ ਨਹੀਂ? ਦਿੱਲੀ ਤੇ ਮੰਨ ਰਹੀ ਹੈ ਦਿੱਲੀ ਪੁਲਿਸ। ਦਿੱਲੀ ਪੁਲਿਸ ਐਕਟਿਵਿਜ਼ਮ ਦਿਖਾ ਰਹੀ ਹੈ, ਪੰਜਾਬ ਪੁਲਿਸ ਪੀਸੀ 'ਚ ਵੀ ਨਹੀਂ ਹੈ, ਪੰਜਾਬ ਪੁਲਿਸ ਕਿਸੇ ਫਰੇਮ 'ਚ ਵੀ ਨਹੀਂ ਹੈ। ਇਹ ਚੱਲ ਕੀ ਰਿਹਾ? ਸਾਨੂੰ ਕੁਝ ਵੀ ਸਮਝ ਨਹੀਂ ਆ ਰਹੀ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਇੰਨੇ ਹੱਥ ਪੈਰ ਮਾਰ ਕੇ 8-9 ਦਿਨਾਂ ਬਾਅਦ ਦਿੱਲੀ ਪੁਲਿਸ ਤੇ ਯਕੀਨ ਕਰਕੇ ਬਹਿ ਗਈ ਕਿ ਹਾਂ ਠੀਕ ਹੈ। ਹੁਣ ਉਸ ਦਾਅਵੇ ਦੇ ਨਾਲ ਸਹਿਮਤੀ ਕੁਛ ਤੇ ਦੱਸੇ ਨਾ ਪੰਜਾਬ ਨੂੰ। ਦਿੱਲੀ ਪੁਲਿਸ ਨੇ ਇੰਕਸ਼ਾਫ ਕਰ ਦਿੱਤਾ, ਤੁਹਾਡੇ ਸਾਹਮਣੇ ਇੱਕ ਖੁਲਾਸਾ ਕਰ ਦਿੱਤਾ ਜਾਂ ਦਾਅਵਾ ਕਰ ਦਿੱਤਾ ਕਿ ਭਾਈ ਸਾਡੀ ਜਾਣਕਾਰੀ ਦੇ ਮੁਤਾਬਕ ਇਹ ਆ। ਤੇ ਜੇ ਜਾਣਕਾਰੀ ਦੇ ਮੁਤਾਬਕ ਇਹ ਆ ਤਾਂ ਫਿਰ ਕੀ ਪੁੱਛਿਆ ਨਹੀਂ ਜਾਣਾ ਚਾਹੀਦਾ ਕਿ ਤਿਹਾੜ ਵਰਗੀ ਜੇਲ੍ਹ ਦੇ ਵਿੱਚ ਵੀ ਸਾਜ਼ਿਸ਼ ਬਣ ਜਾਂਦੀ ਇਸ ਤਰ੍ਹਾਂ ਦੀ। ਤੇ ਜੇ ਉਹ ਸਾਜ਼ਿਸ਼ ਬਣਦੀ ਆ ਥਰੂ ਆਊਟ ਫੋਨ ਦੇ ਜ਼ਰੀਏ ਕਿ ਉਹ ਸਾਰੀ ਸਾਜ਼ਿਸ਼ ਅੱਗੇ ਅਮਲ 'ਚ ਲਿਆਂਦੀ ਜਾਂਦੀ ਹੈ ਜਾਂ ਫਿਰ ਸੂਚਨਾ ਵਾਹਕ ਹੁੰਦੇ ਨੇ ਜੀ। ਜੇ ਸਾਰਾ ਕੁਝ ਸੂਚਨਾ ਵਾਹਕ ਦੇ ਜ਼ਰੀਏ ਹੋ ਰਿਹਾ ਸੀ ਵਾਰ-ਵਾਰ, ਇੱਕ ਇਹੋ ਜਿਹੇ ਹਾਰਡਕੋਰ ਕ੍ਰਿਮੀਨਲ ਦੇ ਮਤਲਬ ਕਿ ਸੈੱਲ 'ਚੋਂ ਸਾਰੀ ਇਨਫੋਰਮੇਸ਼ਨ ਬਾਹਰ ਜਾ ਰਹੀ ਸੀ, ਮਹੀਨਿਆਂ ਬੱਧੀ ਇਹ ਸਿਲਸਿਲਾ ਚੱਲ ਰਿਹਾ, ਉਹ ਕੌਣ ਬੰਦਾ ਸੀ ਵਾਰ-ਵਾਰ ਜੋ ਲਿਜਾ ਰਿਹਾ ਸੀ? ਜੇ ਫੋਨ ਯੂਜ਼ ਹੁੰਦਾ ਤੇ ਕੀ ਖੁੱਲ ਕੇ ਕਿਹਾ ਨਹੀਂ ਜਾ ਸਕਦਾ ਕਿ ਅਸੀਂ ਇਕੱਲੇ ਨਹੀਂ, ਜਿੱਥੋਂ ਜੇਲ੍ਹਾਂ 'ਚੋਂ ਫੋਨ ਆਉਂਦੇ ਆ, ਤੁਹਾਡੀ ਤਿਹਾੜ ਜੇਲ੍ਹ ਦੇ ਵਿੱਚ ਵੀ ਫੋਨ ਚੱਲਦੇ ਆ, ਤੇ ਤਿਹਾੜ ਜੇਲ੍ਹ ਕਿਹਦੇ ਅੰਡਰ ਆ ਉਹ ਵੀ ਦੱਸ ਦਿਓ ਜ਼ਰਾ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ। ਰਾਜਾ ਵੜਿੰਗ ਨੇ ਸੈਕਟਰ 3 ਦੇ ਥਾਣੇ ਤੋਂ ਲਾਈਵ ਹੋ ਕੇ ਭਗਵੰਤ ਮਾਨ ਦੀ ਸਰਕਾਰ ਤੇ ਦੋਸ਼ ਲਾਏ ਨੇ। ਨਹੀਂ ਇਹ ਲਾਈਵ ਵਾਲਾ ਬਟਨ ਦੱਬੀ ਰੱਖਦਾ ਹੈ। ਇਹਦੇ ਤੇ ਇੱਕ ਵਾਰੀ ਅਸੈਂਬਲੀ ਚੋਂ ਲਾਈਵ ਕਰ ਦਿੱਤਾ ਸੀਗਾ, ਬੁਰਸ਼ ਮਾਰਦਿਆਂ ਨੂੰ ਝੱਗ ਲੱਗੀ ਸੀ ਮੂੰਹ ਨੂੰ। ਇਹਦੇ ਲਾਈਵ ਵਾਲੇ ਬਟਨ ਤੇ ਤਾਂ ਮਤਲਬ ਕਿ ਉਂਗਲ ਐ ਠਾ ਵੱਜਦੀ ਰਹਿੰਦੀ ਆ। ਇਹਨਾਂ ਨੇ ਤੇ ਗੱਦਿਆਂ ਤੇ ਪਿਆ ਨੇ ਵੀ ਲਾਈਵ ਕਰ ਦਿੱਤਾ ਸੀਗਾ। ਸੋ ਇਹ ਲਾਈਵ ਬਹੁਤ ਥਾਵਾਂ ਤੋਂ ਹੋ ਜਾਂਦੇ ਆ। ਤਾਨੇ ਆ ਵੈਸੇ ਪੁਲਿਸ ਵਾਲੇ ਵੀ ਜਦੋਂ ਆਮ ਬੰਦੇ ਨੂੰ ਫੜਦੇ ਨੇ ਤੇ ਹਵਾਲਾਤ ਦੇ ਵਿੱਚ ਦਿੰਦੇ, ਉਹਦੀ ਤੇ ਪੱਗ ਵੀ ਲਵਾ ਲੈਂਦੇ ਆ ਕਿ ਕਿਤੇ ਫਾਹ ਨਾ ਲੈ ਜਾਵੇ।
ਕਿ ਜੀ ਇਹਨਾਂ ਨੂੰ ਮੋਬਾਈਲ ਵੀ ਨਾਲ ਦਿੱਤੇ ਹੁੰਦੇ ਆ ਕਿ ਤੁਸੀਂ ਉੱਥੇ ਬੈਠੇ ਬੈਠੇ ਭਾਈ ਨਾਲ ਲਾਈਵ ਵੀ ਹੋਈ ਚ ਕਮਾ ਲਿਆ। ਖੈਰ ਦੇਖੋ ਅੱਜ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਫੀ ਵੱਡਾ ਸਿਆਸੀ ਇਵੈਂਟ ਸੀਗਾ। ਇਹ ਗਏ ਚਲੇ ਭਗਵੰਤ ਮਾਨ ਦੀ ਰਿਹਾਇਸ਼ ਤੇ ਜੀ ਅੰਦਰ ਕਹਿੰਦੇ ਜੀ ਆ ਜਾਓ। ਫਿਰ ਜਦੋਂ ਅੰਦਰ ਗਏ ਨੇ ਤੇ ਕਹਿੰਦੇ ਆ ਕਿ ਸੀਐਮ ਨੇ ਮਿਲਣ ਤੋਂ ਨਾ ਕਰ ਦਿੱਤੀ। ਫਿਰ ਇਹਨਾਂ ਨੇ ਉੱਥੇ ਧਰਨਾ ਲਾ ਦਿੱਤਾ। ਪੁਲਿਸ ਨੇ ਧੱਕੇ ਧੁੱਕੇ ਵੀ ਮਾਰੇ। ਰਾਜਾ ਵੜਿੰਗ ਨੂੰ ਵੀ ਧੱਕੇ ਵੱਜੇ। ਵੈਸੇ ਹੁਣ ਜਦੋਂ ਲੀਡਰ ਆਫ ਆਪੋਜੀਸ਼ਨ ਬਣ ਗਿਆ ਧੱਕੇ ਹੀ ਖਾਣੇ ਆ। ਹੂੰ ਹੁਣ ਤੇ ਕਰਮਾਂ 'ਚ ਧੱਕੇ ਹੀ ਰਹਿ ਜਾਂਦੇ ਆ ਮੁੜ ਕੇ ਬੰਦੇ ਦੇ। ਜੀ ਖੈਰ ਧੱਕੇ ਧੁੱਕੇ ਖਾ ਕੇ ਮੁੜ ਕੇ ਪੁਲਿਸ ਨੇ ਬੱਸ ਦੇ ਵਿੱਚ ਬਿਠਾਇਆ ਤੇ ਇਹ ਥਾਣੇ ਚਲੇ ਗਏ। ਭਗਵੰਤ ਮਾਨ ਨੇ ਟਵੀਟ ਕਰ ਦਿੱਤਾ। ਭਗਵੰਤ ਮਾਨ ਕਹਿੰਦਾ ਧਰਨਾ ਇਹਨਾਂ ਦੇ ਖੂਨ 'ਚ ਰਿਸ਼ਵਤ ਦਾ ਸਬੂਤ ਆ। ਹੂੰ ਮੈਨੂੰ ਦੁੱਖ ਆ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ, ਬੜਾ ਮਜ਼ਾਕੀਆ ਸੀਐਮ ਆ। ਕਹਿੰਦਾ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਆਪਣੇ ਲੀਡਰਾਂ ਦੇ ਹੱਕ 'ਚ। ਮੇਰੇ ਘਰ ਧਰਨਾ ਦੇਣ ਆ ਗਈ। ਜੀ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ 'ਚ ਆ। ਹੂੰ ਮਤਲਬ ਕਿ ਕਸਰ ਸੀਐਮ ਵੀ ਕੋਈ ਨਹੀਂ ਛੱਡਦਾ। ਇੱਧਰ ਧੜਾ ਧੜ ਟਵੀਟ ਹੁੰਦੇ ਆ ਜੋ ਲੋਕ ਜਵਾਬ ਮੰਗਦੇ ਆ ਜਿਸ ਮਾਮਲੇ ਤੇ, ਉਧਰੋਂ ਕਹ ਲਓ ਕਿ ਟਵੀਟ ਤੋਂ ਸੰਕੋਚ ਕੀਤਾ ਜਾਂਦਾ, ਗੁਰੇਜ਼ ਕੀਤਾ ਜਾਂਦਾ। ਤਾਂ ਬਹਰਹਾਲ ਦੇਖੋ ਇਹਨਾਂ ਨੂੰ ਛੱਡ ਦਿੱਤਾ ਹੋਏਗਾ। ਸ਼ਾਮ ਦਾ ਟਾਈਮ ਆ, ਇਸ ਤਰ੍ਹਾਂ ਹਿਰਾਸਤ ਦੇ ਵਿੱਚ ਲੈ ਜਾਂਦੇ ਆ ਲੀਡਰ। ਪਰ ਇਹਨਾਂ ਨੇ ਅੱਗੋਂ ਫਿਰ ਲਾਈਵ ਹੋ ਕੇ ਆਖਿਆ ਕਿ ਮਾਨ ਸਾਹਿਬ ਅਸੀਂ ਉਹਨਾਂ ਦੇ ਮਗਰ ਨਹੀਂ ਆਏ। ਮਤਲਬ ਕਿ ਜੀ ਪਹਿਲਾਂ ਤੇ ਸਾਰਾ ਕੁਝ ਤਿਆਰ ਕੰਮ ਇੱਧਰ ਹੀ ਸੀਗਾ। ਮੁੜ ਕੇ ਪੈਂਤੜਾ ਬਦਲ ਲਿਆ ਨੇ। ਕਹਿੰਦੇ ਅਸੀਂ ਇੱਧਰ ਥੋੜੀ ਆਏ ਯਾਰ, ਹੂੰ ਅਸੀਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਆਏ ਸੀ। ਜੀ ਸੋ ਰਾਜਨੀਤੀ ਆ, ਮੋੜ ਕੱਟਦੀ ਰਹਿੰਦੀ ਆ। ਨਵਾਂ ਮੋੜ ਵੇਖਣ ਨੂੰ ਮਿਲਿਆ ਕਿਉਂਕਿ ਉਦੋਂ ਤੇ ਵਿਜੀਲੈਂਸ ਭਵਨ ਦੇ ਅੱਗੇ ਇਕੱਠੇ ਹੋ ਗਏ ਸੀਗੇ ਜਾ ਕੇ ਜੀ ਕਿ ਸਾਧੂ ਤੁਸੀਂ ਚੱਕ ਲਿਆ, ਸੰਗਤ ਚੁੱਕਣ ਦੀ ਤਿਆਰੀ ਹੈ। ਹੂੰ ਲੋਕੀ ਕਹਿੰਦੇ ਕਿ ਇਹਨਾਂ ਦੋਵਾਂ ਤੇ ਪੈ ਗਈ ਮਾਇਆ ਭਾਰੀ। ਸੋ ਉੱਥੇ ਤੇ ਜਾ ਕੇ ਤੁਸੀਂ ਰੌਲਾ ਪਾ ਆਏ ਸੀਗੇ ਜੀ ਤੇ ਹੁਣ ਕਹਿੰਦੇ ਕਿ ਨਹੀਂ ਅਸੀਂ ਲਾਅ ਐਂਡ ਆਰਡਰ ਤੇ ਗਏ ਸੀਗੇ। ਖੈਰ ਚਲੋ ਜੇ ਲਾਅ ਐਂਡ ਆਰਡਰ ਤੇ ਜਾਂਦੇ ਤੇ ਮਿਲ ਲੈਣ ਸੀਐਮ। ਇਹ ਉਹੀ ਸੀਐਮ ਨੇ ਜਦੋਂ ਵਿਰੋਧੀ ਧਿਰ 'ਚ ਹੁੰਦੇ ਸੀਗੇ ਤੇ ਅਮਰਿੰਦਰ ਸਿੰਘ ਦੇ ਦਫ਼ਤਰ 'ਚ ਸੁਖਪਾਲ ਖਹਿਰਾ ਦੇ ਨਾਲ ਜਾ ਕੇ ਡਰੱਗ ਵਾਲੀ ਕੰਪੇਨ ਤੋਂ ਬਾਅਦ ਚਾਹ ਪਾਣੀ ਪੀ ਕੇ ਆਏ ਸੀਗੇ, ਮੁਲਾਕਾਤ ਕਰਕੇ ਆਏ ਸੀ। ਤਾਂ ਕੀ ਹੁੰਦਾ, ਮਿਲ ਲਓ, ਕੋਈ ਚੱਕਰ ਨਹੀਂ ਹੈਗਾ। ਦਿਲ ਜੀ ਮਿਲਿਆਂ ਦੇ ਮੇਲੇ। ਜੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਿਕਰਮ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੈ ਕਿ ਬਿਕਰਮ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਨੇ। ਦੇਖੋ ਜੇ ਚੜ੍ਹਦੀ ਕਲਾ 'ਚ ਮਜੀਠੀਆ ਤੇ ਫਿਰ ਕੱਲ ਨਨਾਣ ਭਰਜਾਈ ਇੰਨੇ ਸੈਡ ਕਿਉਂ ਸਨ, ਸਮਝ ਨਹੀਂ ਆ ਰਹੀ। ਹੂੰ ਕੱਲ ਤੇ ਬਹੁਤ ਦੁਖੀ ਸਨ। ਬੀਬੀ ਗਨੀਵ ਕੌਰ ਹੱਥ ਜੋੜ ਰਹੇ ਸੀਗੇ। ਜੀ ਰਾਜਪਾਲ ਨੂੰ ਜਾ ਕੇ ਇਹਨਾਂ ਨੇ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਹੈ ਜਿਹਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਹੈ, ਇਹਦੇ ਨਾਲ ਤੇ ਸਾਡੀ ਦੁਸ਼ਮਣੀ ਹੈ। ਹੂੰ ਇਹ ਤੇ ਬੰਦਾ ਬੜਾ ਖਰਾਬ ਕਰੇਗਾ। ਸਾਡੇ ਤੇ ਕੋਈ ਹੋਰ ਦਾ ਇੱਕ ਅੱਧਾ ਮੁਕੱਦਮਾ ਜਿਹੜਾ ਉਹ ਚਾੜ ਸੁੱਟੇਗਾ। ਜੀ ਪਲੀਜ਼ ਇਹਨੂੰ ਮਤਲਬ ਕਿ ਮੁਕਤ ਕੀਤਾ ਜਾਵੇ ਇਸ ਸੇਵਾ ਤੋਂ। ਹੂੰ ਉਹ ਕਾਫੀ ਮਤਲਬ ਕਿ ਬੀਬੀ ਗਨੀਵ ਕੌਰ ਜੀ ਚਿੰਤਾਤੁਰ ਨਜ਼ਰ ਆ ਰਹੇ ਸੀਗੇ ਵਿਜ਼ੂਅਲ ਦੇ ਵਿੱਚ। ਤਾਂ ਬਹਰਹਾਲ ਗੱਲ ਇਹ ਆ ਕਿ ਅੱਜ ਮਜੀਠੀਆ ਦੀ ਭੈਣ ਜੀ ਗਏ ਨੇ ਤੇ ਜਾ ਕੇ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਉਹ ਤੇ ਚੜ੍ਹਦੀ ਕਲਾ 'ਚ ਆ। ਚਲੋ ਚੜ੍ਹਦੀ ਕਲਾ 'ਚ ਆ। ਵੈਸੇ ਤੇ ਵੇਖੋ ਜਿਹੜੇ ਬੰਦੇ ਇਹੋ ਜਿਹਾ ਹੰਢਾਉਂਦੇ ਨੇ ਨਾ ਸਮਾਂ, ਹੂੰ ਹੂੰ ਉਹ ਜਦੋਂ ਕੋਈ ਮੁਲਾਕਾਤ ਕਰਨ ਆਉਂਦਾ ਮੁਲਾਕਾਤੀ ਅੰਦਰ ਭਾਵੇਂ ਧਾਈ ਮਾਰ ਕੇ ਰੋਂਦੇ ਹੋਣ, ਪਰ ਜਦੋਂ ਮੁਲਾਕਾਤੀ ਆਉਂਦਾ ਉਦੋਂ ਚਿੱਟੇ ਲੀੜੇ ਪਾ ਕੇ ਮੁੱਛਾਂ ਨੂੰ ਵੱਟ ਦੇ ਕੇ ਆਉਂਦੇ ਆ ਕਿ ਕਿਤੇ ਇਹ ਨਾ ਡੋਲ ਜਾਵੇ ਬਾਹਰ। ਜੀ ਬਿਲਕੁਲ ਅਸੀਂ ਟਾਈਮ ਕੱਟ ਲਾਂਗੇ, ਬਾਹਰਲਾ ਡੋਲ ਗਿਆ ਤੇ ਬਾਹਰਲੇ ਤੋਂ ਟਾਈਮ ਨਹੀਂ ਕੱਟ ਪਾਉਣਾ। ਹੂੰ ਬੜੀਆਂ ਸੋਚਾਂ ਚੱਲਦੀਆਂ ਨੇ ਬੰਦੇ ਦੇ ਅੰਦਰ। ਉੱਥੇ ਦਿਮਾਗ ਵੀ ਬੜਾ ਕੰਮ ਕਰਨ ਲੱਗ ਜਾਂਦਾ ਹੈ। ਜੀ ਥੋੜਾ ਬ੍ਰੇਕ ਮਿਲ ਜਾਂਦਾ ਨਾ ਦਿਮਾਗ ਨੂੰ, ਲੋਡ ਜ਼ਿਆਦਾ ਪੈ ਜਾਂਦਾ ਵੈਸੇ ਕਈ ਵਾਰ। ਹੂੰ ਖੈਰ ਹੁਣ ਗੱਲ ਇਹ ਆ ਕਿ ਜੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਫਿਰ ਕਹਿ ਰਹੇ ਨੇ ਕਿ ਬਈ ਸਾਡਾ ਮੁੰਡਾ ਜਿਹੜਾ ਉਹ 6.5 ਫੁੱਟ ਦਾ, ਕੋਠੜੀ 8x8 ਦੀ ਆ, ਕਿਵੇਂ ਚੱਲੂਗਾ ਕੰਮ। ਤੇ ਨਾਲ ਹੀ ਮਤਲਬ ਕਿ ਉਹ ਦੱਸ ਰਹੇ ਨੇ ਕਿ ਖਤਰਾ ਵੀ ਹੈ, ਕੇਸ ਦਾ ਵੀ ਖਤਰਾ ਹੈ, ਬਥੇਰਾ ਕੁਛ ਕਹਿ ਰਹੇ ਆ। ਤੇ ਚੜ੍ਹਦੀ ਕਲਾ ਮੈਂ ਕਹਿ ਰਿਹਾ ਕਿ ਜਿਵੇਂ ਅੰਦਰਲਾ ਕੋਈ ਬੰਦਾ ਆ ਕੇ ਕਹਿੰਦਾ ਤੇ ਬਾਹਰਲਾ ਦੱਸ ਦਿੰਦਾ ਕਿ ਉਹ ਬੜਾ ਯਾਰ ਚੜ੍ਹਦੀ ਕਲਾ ਦੇ ਵਿੱਚ ਹੈ। ਹੂੰ ਕਿ ਦੁੱਖ ਜੇਲ੍ਹ ਦੇ ਦੱਸਾਂ ਨਾਲੇ ਰੋਵਾਂ ਨਾਲੇ ਹੱਸਾਂ। ਇੱਥੇ ਡੱਬਿਆਂ ਦੀ ਹੜਤਾਲ ਹੈ। ਜੀ ਇੱਥੇ ਨਹਾਉਣ ਲਈ ਤੇ ਡੱਬਿਆਂ ਦੀ ਹੜਤਾਲ ਨੇ, ਕੱਚੀਆਂ ਮਿਲਦੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ ਹੈ। ਸੋ ਇੱਥੇ ਤੇ ਇਹੋ ਜਿਹੇ ਹਾਲ ਹੁੰਦੇ, ਪਰ ਬਾਹਰ ਆ ਕੇ ਜਾਂ ਮੁਲਾਕਾਤੀ ਕੋਲ ਆ ਕੇ ਤੇ ਬੜੀਆਂ ਫੜਾਂ ਵੱਜਦੀਆਂ। ਖੈਰ ਜੋ ਵੀ ਆ, ਇਹ ਬੜੀ ਪ੍ਰਚਲਿਤ ਗੱਲ ਹੋਈ ਪਈ ਆ ਕਿ 6.5 ਫੁੱਟ ਕੱਦ ਤੇ 8x8 ਦੀ ਕੋਠੜੀ ਤੇ ਮਜੀਠੀਆ ਕਿਵੇਂ ਤੁਰਦਾ ਫਿਰਦਾ ਹੋਏਗਾ। ਐਸਾ ਨਹੀਂ ਹੁੰਦਾ। ਮੈਨੂੰ ਨਹੀਂ ਲੱਗਦਾ ਕਿ 8x8 ਦੀ ਕੋਠੜੀ 'ਚ ਮਜੀਠੀਏ ਨੂੰ ਪਾਇਆ ਹੋਏਗਾ। ਸੈੱਲ ਥੋੜਾ ਵੱਡਾ ਹੁੰਦਾ ਹੈ।
ਕੋਈ ਐਸਾ ਨਹੀਂ ਹੈ ਕਿ ਬਿਲਕੁਲ ਬੰਦਾ ਇੱਕ ਕੱਦ ਦੇ ਮੁਤਾਬਕ ਨਾ ਹਿੱਲ ਸਕਦਾ ਨਾ ਝੁੱਲ ਸਕਦਾ, ਐਸਾ ਨਹੀਂ ਹੈ। ਹਾਂ, ਇੱਕ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਉਹ ਕਾਬਲੇ ਗੌਰ ਆ ਕਿ ਸਿੱਧੂ ਨੂੰ ਏਸੀ ਤੇ ਇਹਨੂੰ ਕੋਠੜੀ ਕਰ। ਜੇ ਇਹ ਆਪਣੇ ਆਪ ਦੇ ਵਿੱਚ ਮਤਲਬ ਕਿ ਸੱਚ ਆ, ਜੀ ਹੁਣ ਦੇਖੋ ਇਹ ਮਜੀਠੀਆ ਦੇ ਭੈਣ ਜੀ ਕਹਿ ਰਹੇ ਆ, ਜੇ ਸੱਚ ਆ ਤੇ ਫੇਰ ਬਹੁਤ ਫਰਕ ਹੈ। ਇਹਦਾ ਮਤਲਬ ਕਿ ਇੱਕ ਬੰਦੇ ਨੂੰ ਖਾਸ ਤੌਰ ਤੇ ਤੰਗ ਕੀਤਾ ਜਾ ਰਿਹਾ, ਖਾਸ ਤੌਰ ਤੇ ਤੰਗ ਕੀਤਾ ਜਾ ਰਿਹਾ, ਕਿਉਂਕਿ ਦੋਵੇਂ ਵਿਰੋਧੀ ਧਿਰ ਦੇ ਲੀਡਰ ਆ, ਦੋਵੇਂ ਹੀ ਵਿਰੋਧੀ। ਵੈਸੇ ਤੇ 4-5 ਹੋ ਜਾਣੇ ਹੁਣ ਮੇਰੇ ਖਿਆਲ ਦੇ ਨਾਲ ਉੱਥੇ ਸਾਬਕਾ ਮੰਤਰੀ, ਜਾਂ ਵਧੀਆ ਲੁੱਡੋ ਖੇਡਣ, ਜੋ ਮਰਜ਼ੀ ਖੇਡਣ, ਜੇ ਇਕੱਠੇ ਪਿਆਰ ਨਾਲ ਰਹਿਣ ਤੇ ਖੋ ਵੀ ਖੇਡ ਸਕਦੇ ਜੇ ਇੱਕ ਦੋ ਹੋਰ ਚਲੇ ਗਏ, ਚੰਗੀ ਟੀਮ ਬਣ ਜਾਣੀ ਹੈ ਅੱਛੀ ਖਾਸੀ। ਪਰ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਕੋਈ ਵਿਤਕਰਾ ਕੀਤਾ ਜਾ ਰਿਹਾ ਕਿ ਸਿੱਧੂ ਨੂੰ ਵਧੀਆ ਇਲਾਜ ਦਿੱਤਾ ਜਾ ਰਿਹਾ, ਡਾਈਟ ਦਿੱਤੀ ਜਾ ਰਹੀ ਆ, ਏਸੀ ਦਿੱਤਾ ਜਾ ਰਿਹਾ, ਤਾਂ ਫਿਰ ਇਹ ਬਹੁਤ ਗਲਤ ਗੱਲ, ਇਹ ਬਹੁਤ ਗਲਤ ਗੱਲ ਆ। ਜਾਂ ਤੇ ਸਾਰਿਆਂ ਨੂੰ ਫਿਰ ਇੱਕੋ ਰੱਸੇ 'ਚ ਬੰਨੋ ਤੇ ਜਾਂ ਸਾਰਿਆਂ ਨੂੰ ਛੱਡ ਦਿਓ ਬਈ। ਜੀ ਸੀਐਮ ਸਾਹਿਬ ਕਹਿੰਦੇ ਆ ਵੀ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹ ਸ਼ਿੱਦਤ ਦੇ ਨਾਲ ਕੰਮ ਕਰੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ। ਨਹੀਂ ਦੇਖੋ, ਚਲੋ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕੰਮ ਕਰੇਗਾ, ਜੀ ਇਹ ਹਿੱਸੇਦਾਰੀ ਹੁੰਦੀ ਆ। ਜਿਹੜਾ ਪ੍ਰਦੂਸ਼ਣ ਹੁੰਦਾ ਹੈ ਜਾਂ ਜਿਹੜਾ ਵਾਤਾਵਰਨ ਦਾ ਸਾਂਭ ਸੰਭਾਲ ਦਾ ਕੰਮ ਹੁੰਦਾ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਲ ਮਿਲ ਕੇ ਮਾਰਿਆ ਹਮਲਾ ਹੁੰਦਾ ਹੈ। ਜਦੋਂ ਤੱਕ ਤੁਸੀਂ ਸਮਾਜ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰੋਗੇ, ਉਹ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਕਰੇਗਾ? ਇੱਥੇ ਤੇ ਐਸੇ ਵੀ ਹੈਗੇ ਨੇ ਮੂਰਖ ਲੋਕ ਕਹਿ ਲਓ ਜਾਂ ਕੁਦਰਤ ਦੇ ਵੈਰੀ, ਜਿਨ੍ਹਾਂ ਨੇ ਆਪਣੇ ਸੀਵਰ ਨੂੰ ਮਤਲਬ ਕਿ ਕੱਸੀਆਂ ਦੇ ਵਿੱਚ, ਨਹਿਰਾਂ ਦੇ ਵਿੱਚ ਸਿੱਟਿਆ ਹੋਇਆ, ਉਹ ਵੀ ਪੰਜਾਬੀ ਨੇ ਜੀ, ਉਹ ਵੀ ਪੰਜਾਬੀ ਨੇ। ਸੋ ਗੱਲ ਇਹ ਹੈ ਕਿ ਇਹ ਹਿੱਸੇਦਾਰੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਉਹ ਆਪਣੇ ਥਾਂ ਤੇ ਰੋਲ ਨੂੰ ਅਦਾ ਕਰੇ, ਸਰਕਾਰ ਆਪਣੇ ਥਾਂ ਤੇ ਰੋਲ ਨੂੰ ਅਦਾ ਕਰੇ, ਸਮਾਜ ਆਪਣੇ ਥਾਂ ਤੇ ਰੋਲ ਨੂੰ ਅਦਾ ਕਰੇ, ਫਿਰ ਬਣਦੀ ਹੈ ਗੱਲ। ਅਫਸਰਸ਼ਾਹੀ ਆਪਣੀ ਥਾਂ ਤੇ ਇੱਕ ਅਹਿਮ ਰੋਲ ਅਦਾ ਕਰੇ। ਤਾਂ ਸਭ ਤੋਂ ਜ਼ਰੂਰੀ ਤੇ ਇਹ ਹੈਗਾ ਆ ਕਿ ਚਾਹੇ ਉਹ ਘੱਗਰ ਆ, ਚਾਹੇ ਸਤਲੁਜ ਆ, ਤੇ ਚਾਹੇ ਬਿਆਸ ਆ, ਆਹੀ ਤੇ ਸਾਡੇ ਕੋਲ ਬਚਦੇ, ਹੋਰ ਤੇ ਹੈ ਨਹੀਂ ਪਾਣੀ। ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ, ਪੰਜਾਂ ਵਾਲਾ ਨਹੀਂ, ਹੁਣ ਤੇ 2-2.5 ਵਾਲਾ ਆਖੋ, ਉਹ ਜ਼ਹਿਰੀ ਹੋਇਆ, ਪੰਜਾਂ ਵਾਲਾ ਤੇ ਕੰਮ ਹੀ ਨਿਬੜਿਆ। ਤੇ ਉਹ ਜਿਹੜਾ ਬਚਿਆ ਖੁਚਿਆ ਪਾਣੀ ਆ, ਉਹਦੇ ਇਹਨਾਂ ਨੇ 23 ਨਮੂਨੇ ਲਏ ਆ ਮੇਰੇ ਖਿਆਲ ਦੇ ਨਾਲ ਵੱਖ-ਵੱਖ ਪੁਆਇੰਟਾਂ ਤੋਂ। 23 ਚੋਂ 17 ਨਮੂਨੇ ਇਸ ਤਰ੍ਹਾਂ ਦੇ ਆਏ ਆ ਜਿਹੜੇ ਕਿ ਤੁਸੀਂ ਪੀ ਤਾਂ ਛੱਡੋ ਕਿ ਪੀ ਕੇ ਗੁਜ਼ਾਰਾ ਕਰ ਲਓਗੇ, ਉਹਦੇ ਨਾਲ ਨਹਾ ਵੀ ਨਹੀਂ ਸਕਦੇ, ਉਹ ਵੀ ਰਿਸਕ ਹੈ। ਮਤਲਬ ਕਿ ਪਾਣੀ ਇੰਨਾ ਗੰਦਲਾ ਹੈ ਕਿ ਤੁਸੀਂ ਪਿੰਡੇ ਤੇ ਵੀ ਨਹੀਂ ਪਾ ਸਕਦੇ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਆਰਓ ਦੇ ਪਾਣੀ ਨਾਲ ਹੀ ਨਹਾਇਆ ਕਰਨਗੇ। ਮਤਲਬ ਜਿਹੜਾ ਫਿਲਟਰ ਜਿਹਾ ਲੱਗਾ ਹੁੰਦਾ ਰਸੋਈਆਂ 'ਚ, ਉਹਦੇ ਤੋਂ ਹੀ ਬਾਲਟੀ ਭਰ ਕੇ ਨਹਾਉਣ ਜਾਇਆ ਕਰਨਗੇ। ਜਿਹੜਾ ਹਾਲ ਬਣਿਆ ਪਿਆ, ਧਰਤੀ ਹੇਠਲਾ ਪਾਣੀ ਵੀ ਗੰਦਲਾ, ਧਰਤੀ ਉਤਲਾ ਪਾਣੀ ਵੀ ਗੰਦਲਾ, ਤੇ ਫਿਰ ਜਾਣਾ ਕਿੱਧਰ ਆ? ਸੋ ਇਸ ਕਰਕੇ ਸਭ ਤੋਂ ਇਹ ਇੱਕੋ ਹੱਲੇ ਨਹੀਂ ਹੋਣਾ ਸਾਰਾ ਕੁਛ ਕਿ ਹਵਾ ਵੀ ਤੁਸੀਂ ਸ਼ੁੱਧ ਕਰ ਲਓਗੇ, ਸਾਰਾ ਕੁਝ ਸ਼ੁੱਧ ਕਰ ਲਓਗੇ। ਸਟੈਪ ਬਾਈ ਸਟੈਪ ਚੱਲੋ। ਸਭ ਤੋਂ ਪਹਿਲਾਂ ਜਿਵੇਂ ਬੁੱਢਾ ਨਾਲਾ ਹੈ ਜਾਂ ਜਲੰਧਰ ਦੀ ਇੰਡਸਟਰੀ ਦਾ ਪਾਣੀ ਪੈਂਦਾ, ਕਾਲਾ ਸੰਘਿਆ ਡਰੇਨ ਦਾ, ਇਹਨਾਂ ਨੂੰ ਰੋਕੋ ਸਭ ਤੋਂ ਪਹਿਲਾਂ। ਕੋਈ ਵੱਡਾ ਇਹ ਹੈ ਨਹੀਂਗਾ ਕਿ ਬੜਾ ਅਰਬਾਂ ਖਰਬਾਂ ਦਾ ਪ੍ਰੋਜੈਕਟ ਹੈ। ਕੁਝ ਕੁ ਕਰੋੜ ਰੁਪਈਆ ਖਰਚ ਕਰੋ, ਕੁਝ ਕੁ ਸਖਤੀ ਕਰੋ, ਕੁਝ ਕੁ ਲੋਕਾਂ ਨੂੰ ਅਵੇਅਰ ਕਰੋ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਉਹ ਹੋਰ ਵੇਖੋ ਕਿ ਕਿੱਥੇ ਕੰਮ ਕੀਤਾ ਜਾ ਸਕਦਾ, ਫਿਰ ਅਗਲਾ ਹੋਰ ਵੇਖ ਲਓ। ਤਾਂ ਸਟੈਪ ਬਾਈ ਸਟੈਪ ਤੁਰੇ ਚੱਲੋ। ਏਦਾਂ ਇੱਕ ਫਾਰਮੈਲਿਟੀ ਜੀ ਕਰਦੇ ਨੇ ਕਿ ਹਾਂ ਤੁਸੀਂ ਸ਼ਿੱਦਤ ਦੇ ਨਾਲ ਕੰਮ ਕਰੋ ਤੇ ਤੁਸੀਂ ਚੁੱਪ ਕਰਕੇ ਉੱਥੇ ਚੰਡੀਗੜ੍ਹ ਦੇ ਵਿੱਚ ਉਹ ਬਸ ਦੇਖੀ ਚੱਲੋ, ਉੱਥੇ ਟੈਲੀਵਿਜ਼ਨ ਦੇਖ ਲਿਆ, ਉੱਥੇ ਆਹ ਕਰ ਲਿਆ, ਉੱਥੇ ਆਹ ਕਰ ਲਿਆ, ਉਹ ਠੀਕ ਨਹੀਂ ਹੈ। ਉੱਤੇ ਖਲੋਵੋ, ਜ਼ਿੰਮੇਵਾਰੀ ਤੈਅ ਕਰੋ। ਉੱਤੇ ਖਲੋਣ ਤੋਂ ਭਾਵ ਹੈ ਕਿ ਤੁਸੀਂ ਜ਼ਿੰਮੇਵਾਰੀ ਤੈਅ ਕਰੋ, ਜੋ ਵੀ ਤੁਹਾਡੇ ਮੰਤਰੀ ਸੰਤਰੀ ਹੈਗੇ ਆ, ਕਿ ਬਈ ਇਹ ਸਾਰੇ ਕੰਮ ਕਰਵਾਉਣੇ ਨੇ। ਤਾਂ ਸਾਲ 'ਚ ਘੱਟੋ ਘੱਟ, ਜਿਵੇਂ ਮੈਂ ਕਿਹਾ ਕਿ ਆਹ ਜਿਹੜਾ ਨਾਲਿਆਂ ਦਾ ਪਾਣੀ ਡਿੱਗਦਾ ਮੇਨਲੀ, ਇਹ ਬੰਦ ਕਰਵਾ ਲਓ ਪਹਿਲੇ ਸਾਲ ਦੇ ਵਿੱਚ, ਫਿਰ ਦੂਸਰੇ ਸਾਲ 'ਚ ਕੁਛ ਹੋਰ ਕੀਤਾ ਜਾ ਸਕਦਾ, ਤੀਸਰੇ ਸਾਲ 'ਚ ਕੁਛ ਹੋਰ ਕੀਤਾ ਜਾ ਸਕਦਾ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਬਚਾ ਸਕਦੇ ਹਾਂ। ਗੰਦ ਵੀ ਅਸੀਂ ਪਾਇਆ ਤੇ ਗੰਦਗੀ ਨੂੰ ਸਾਫ਼ ਵੀ ਅਸੀਂ ਕਰ ਸਕਦੇ ਹਾਂ। ਅਸੰਭਵ ਕੁਛ ਨਹੀਂ ਹੈ ਦੁਨੀਆ ਦੇ ਵਿੱਚ, ਅਸੰਭਵ ਕੁਛ ਨਹੀਂ ਹੈ। ਇਹਦੇ ਤੇ ਮੈਂ 36 ਕਹਾਣੀਆਂ ਸੁਣਾ ਸਕਦਾ, ਪਰ ਗੱਲ ਇਹ ਆ ਕਿ ਬਈ ਕਰਨ ਵਾਸਤੇ ਤੁਹਾਡੀ ਦ੍ਰਿੜਤਾ, ਤੁਹਾਡਾ ਸੰਕਲਪ ਜਿਹੜਾ ਹੋਣਾ ਚਾਹੀਦਾ। ਜੀ ਮਿੰਟੂ ਜੀ, ਆਖਿਰਲੀ ਖਬਰ ਵੱਲ ਵਧ ਗਏ ਆਪਾਂ। ਪਹਿਲਾਂ ਹੀ ਨੂਪੁਰ ਸ਼ਰਮਾ ਦੇ ਵਿਵਾਦ ਕਰਕੇ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਤਕੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਯੂਪੀ ਦੇ ਵਿੱਚੋਂ ਖਬਰ ਆਈ ਆ ਵੀ ਮੁਸਲਿਮ ਨੌਜਵਾਨਾਂ ਤੋਂ ਬੈਠਕਾਂ ਕਢਵਾਈਆਂ ਗਈਆਂ।
देखो ये बहुत नफरती जिहा माहौल है इस वेले, और इस नफरती माहौल ਦੀ ਕੀਮਤ ਵੀ ਅਦਾ ਕਰਨੀ ਪਏਗੀ ਭਾਰਤ ਨੂੰ ਆਉਣ ਵਾਲੇ ਸਮੇਂ 'ਚ, ਜੇ ਇਹ ਚੀਜ਼ ਰੋਕੀ ਨਾ ਗਈ। ਜੀ। ਸਿੱਧਾ ਸਾਫ਼ ਸਪਸ਼ਟ ਸੰਕੇਤ ਸਾਡੇ ਸਾਹਮਣੇ ਆ ਹੂੰ, ਕਿ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਬਹੁਤ ਹੱਦ ਤੱਕ ਦੇਸ਼ ਦੀ ਮਿੱਟੀ ਪੱਟੀ ਜਾਏਗੀ। ਜੀ। ਵੈਸੇ ਕੁਛ ਹੱਦ ਤੱਕ ਤੇ ਹੋ ਹੀ ਚੁੱਕਾ ਆ। ਹੂੰ, ਤਾਂ ਖੈਰ ਗੱਲ ਕੀ ਆ ਕਿ ਇਸ ਵੇਲੇ ਜੋ ਚੱਲ ਰਿਹਾ ਹੈ, ਇਸ ਵੇਲੇ ਜਿਹੜੀਆਂ ਪਰਿਸਥਿਤੀਆਂ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੇ ਸਾਹਮਣੇ ਆ, ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਂ, ਉਹ ਲੋਕ ਵੱਖਰੇ ਨੇ, ਉਹਨਾਂ ਦੀ ਸੋਚ ਵੱਖਰੀ ਹੈ, ਜਿਨ੍ਹਾਂ ਨੂੰ ਇਹਦੇ ਚੋਂ ਮਨੋਰੰਜਨ ਮਿਲਦਾ ਹੈ, ਜੀ। ਜਿਹਦੇ ਚੋਂ ਇਹਨਾਂ ਨੂੰ ਸ਼ਾਂਤੀ ਮਿਲਦੀ ਹੈ, ਹੂੰ, ਜਿਹਦੇ ਚੋਂ ਇਹਨਾਂ ਨੂੰ ਅਹਿਸਾਸ ਮਿਲਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਨੂੰ ਇਹਨਾਂ ਨੇ ਕੁੱਟਿਆ ਸੀ, ਇਹਨਾਂ ਦੇ ਵੱਡੇ ਵਡੇਰਿਆਂ ਨੇ, ਜੀ। ਇਹ ਬਦਲਾ ਲੈ ਹੋ ਰਿਹਾ ਹੈ। ਹੂੰ, ਬਸ ਆਹ ਫਰਕ ਹੈ, ਹੂੰ, ਆਹ ਫਰਕ ਹੈ। ਇਹ ਬੜੀ ਜ਼ਾਹਲਾਂ ਵਾਲੀ ਸੋਚ ਆ, ਤੇ ਜਦੋਂ ਜ਼ਾਹਿਲ ਸੋਚ ਹਾਵੀ ਹੋ ਜਾਂਦੀ ਆ, ਕੱਟੜ ਫਿਰਕੂਪਣ ਦੀ ਸੋਚ ਹਾਵੀ ਹੋ ਜਾਂਦੀ ਆ, ਜੀ। ਦੂਸਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਇਹ ਘਟਨਾ ਹੈ, ਜਿੱਥੇ ਮਤਲਬ ਕਿ ਜਿੱਦਾਂ ਕੁਛ ਬਣ ਜਾਂਦੇ ਬੰਦੇ ਫਕੀਰ ਟਾਈਪ, ਸਾਧੂ ਟਾਈਪ, ਇਸ ਤਰ੍ਹਾਂ ਉਹ ਫਕੀਰਾਂ ਦਾ ਵੇਸ ਧਾਰਨ ਕਰਕੇ ਕੁਛ ਨੌਜਵਾਨ ਤੁਰੇ ਸੀਗੇ ਕਿਸੇ ਪਿੰਡ ਦੇ ਵਿੱਚ, ਤੇ ਉੱਥੇ ਖੈਰ ਤੇ ਕੀ ਪੈਣੀ ਸੀਗੀ, ਜੀ। ਵੈਰ ਪੈ ਗਏ। ਜਦੋਂ ਹੂੰ, ਵੈਰ ਪੈ ਗਏ, ਨਾਲੇ ਤਾਂ ਬੈਠਕਾਂ ਕਢਾਈਆਂ, ਨਾਲੇ ਕੋਈ ਡਾਂਗ ਸੋਟਾ ਕੀਤਾ ਉਹਨਾਂ ਨੇ, ਫਿਰ ਇਸ ਹੂੰ, ਤੋਂ ਇਲਾਵਾ ਨਾਅਰੇ ਮਰਵਾਏ, ਫਿਰ ਉਹ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਪਿੰਡ ਦੇ ਵਿੱਚੋਂ ਕੱਢ ਕੁੱਢ ਦਿੱਤਾ। ਹੁਣ ਪੁਲਿਸ ਨੇ 2 ਬੰਦਿਆਂ ਨੂੰ ਗ੍ਰਿਫਤਾਰ ਤੇ ਕੀਤਾ ਹੈ। ਹੂੰ, ਪਰ ਐਸੀਆਂ ਘਟਨਾਵਾਂ ਇੰਡੀਆ ਦੇ ਵਿੱਚ ਇੱਕ ਦਸਤੂਰ ਬਣਦੀਆਂ ਜਾ ਰਹੀਆਂ, ਜੀ, ਜੀ। ਦਸਤੂਰ ਬਣਦਾ ਜਾ ਰਿਹਾ ਇਹਨਾਂ ਦਾ, ਉਹ ਸਿਲਸਿਲਾ ਚੱਲਦਾ ਹੈ। ਆ 10 ਅਗਸਤ 2021 ਦੀ ਘਟਨਾ ਹੈ, ਕਾਨਪੁਰ ਦੇ ਬਰਾ ਦੇ ਇਲਾਕੇ ਦੇ ਵਿੱਚ ਮੁਸਲਿਮ ਈ ਰਕਸ਼ਾ ਚਾਲਕ ਨੂੰ ਜ਼ਬਰਦਸਤੀ ਕਿਹਾ ਗਿਆ ਸੀਗਾ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਲਾ। ਜੀ। ਫਿਰ 1 ਮਹੀਨਾ ਪਹਿਲਾਂ ਹੀ ਇਸ ਤੋਂ ਉਨਾਵ ਦੇ ਮਦਰਸੇ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀਗਾ। ਹੂੰ, ਸੋ ਇਹ ਕੁਛ ਜਿਹੜੇ ਕੱਟੜਪੰਥੀ ਨੇ, ਜਿਹੜੇ ਲੋਕ ਕੱਟੜਵਾਦੀ ਨੇ, ਜੀ। ਜਾਂ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਐਕਸਟ੍ਰੀਮ ਰੈਡੀਕਲ ਕਹਿ ਦਈਏ, ਹੂੰ, ਹੂੰ, ਐਕਸਟ੍ਰੀਮ ਰੈਡੀਕਲ ਹੋਇਆ ਬੰਦਾ ਜਨੂਨੀ ਹੋ ਜਾਂਦਾ, ਤਾਂ ਇਹ ਇਸ ਤਰ੍ਹਾਂ ਦੇ ਬੇਸ਼ਰਮ ਕਾਰਿਆਂ ਨੂੰ ਅੰਜਾਮ ਦਿੰਦੇ ਆ। ਇੱਕ ਵਾਰੀ ਇੱਕ ਨੌਜਵਾਨ ਚੂੜੀ ਵੇਚਣ ਚਲੇ ਗਿਆ ਸੀਗਾ ਕਿਸੇ ਮੁਹੱਲੇ 'ਚ, ਹਿੰਦੂਆਂ ਦੇ ਮੁਹੱਲੇ 'ਚ, ਹਾਂਜੀ। ਮੁਸਲਮਾਨ ਨੂੰ ਨਾਲੇ ਕੁੱਟਿਆ ਗਿਆ, ਹੂੰ, ਨਾਲੇ ਉਹਦੇ ਤੇ ਮੁਕੱਦਮਾ ਇਹਨਾਂ ਨੇ ਪਵਾ ਦਿੱਤਾ ਕਿ ਇਹ ਵੰਗ ਚੜਾਉਣ ਦੇ ਬਹਾਨੇ ਕੁੜੀ ਦੇ ਨਾਲ ਛੇੜਛਾੜ ਕਰ ਗਿਆ ਸੀ। ਜੀ। ਦੇਖੋ ਧੱਕੇ ਦੀ ਇੰਤਹਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈ, ਜੀ। ਕਿਉਂਕਿ ਹੁਣ ਜੇ ਦੇਖੀਏ ਤਾਂ ਇੰਡੀਆ ਦੀ ਜੇ ਆਲੋਚਨਾ ਹੋਈ, ਇੰਡੀਆ ਨੂੰ ਕ੍ਰਿਟਿਸਿਜ਼ਮ ਬਰਦਾਸ਼ਤ ਕਰਨਾ ਪਿਆ, ਹੂੰ, ਤਾਂ ਏਦਾਂ ਇੱਕ ਘਟਨਾ ਜੁੜ ਕੇ ਜੋ ਸਮੂਹਿਕ ਘਟਨਾ ਬਣ ਜਾਂਦੀਆਂ ਨੇ, ਘਟਨਾਵਾਂ ਦਾ ਸਮੂਹ ਬਣ ਜਾਂਦਾ ਹੈ। ਹਾਂਜੀ। ਸਮੂਹਿਕ ਤੌਰ ਤੇ ਜਦੋਂ ਉਹ ਚੀਜ਼ਾਂ ਬਹੁਤ ਵੱਡੀਆਂ ਕੌਮਾਂਤਰੀ ਪੱਧਰ ਤੇ ਬਣ ਜਾਂਦੀਆਂ, ਤਾਂ ਫਿਰ ਬੁੱਲਾਂ ਤੇ ਸਿੱਕਰੀ ਆ ਜਾਂਦੀ ਹੈ ਜੀ। ਜਵਾਬ ਦੇਣ ਲੱਗਿਆ। ਇੱਥੇ ਇੱਥੇ ਮੇਰੇ ਵਰਗੇ ਅਨਪੜ੍ਹ ਕਹਿੰਦੇ ਕਤਰ ਜਿਹੜੀ ਹੈਗੀ ਏਅਰਵੇਜ਼ ਉਹਦਾ ਬਾਈਕਾਟ ਕਰ, ਹੂੰ, ਤੇ ਕਤਰ ਮੈਨੂੰ ਦੱਸੋ ਕਿ ਉਹ ਕਤਰ ਜਿਹੜੀ ਹੈ ਉਹ ਨਵੀਂ ਦਿੱਲੀ ਤੋਂ ਡੋਗਰੀ ਤੱਕ ਚੱਲਦੀ ਫਿਰਦੀ ਹੈ, ਹੂੰ, ਇੰਟਰਨੈਸ਼ਨਲ ਫਲਾਈਟ ਹੈ, ਔਰ ਜੀ। ਇੰਡੀਆ ਦੇ ਸਾਡੇ ਵਰਗੇ 95% ਕੋਲ ਪਾਸਪੋਰਟ ਹੀ ਹੈ। ਜੀ। ਜੀ, ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਭ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਇਸੇ ਬਾਬਤ ਹੀ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਵੀ ਤੋਰੀ ਰੱਖਾਂਗੇ, ਜਾਰੀ ਰੱਖਾਂਗੇ ਖਬਰਾਂ ਤੇ ਚਰਚਾ ਨੂੰ। ਖਬਰਾਂ ਕੁਛ ਹੋਰ ਵੀ ਨੇ ਜਿਹੜੀਆਂ ਨਫ਼ਰਤੀ ਮਾਹੌਲ ਨੂੰ ਹੋਰ ਸਗੋਂ ਸੁਧਾਰਨ ਦੀ ਥਾਂ ਤੇ ਵਿਗਾੜ ਪਾ ਰਹੀਆਂ ਨੇ, ਹੋਰ ਉਹਨੂੰ ਪ੍ਰਚੰਡ ਰੂਪ ਦੇ ਵਿੱਚ ਲੋਕਾਂ ਸਾਹਮਣੇ ਰੱਖ ਰਹੀਆਂ ਨੇ। ਇਸੇ ਬਾਬਤ ਜੁੜੀਆਂ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਐਡੀਟਰ ਗਿਲਡ ਵੱਲੋਂ ਵੀ ਚੈਨਲਾਂ ਦੇ ਜਿਹੜੇ ਗੈਰ ਜ਼ਿੰਮੇਵਾਰਾਨਾ ਰਵੱਈਏ ਦੀ ਉਹ ਜਿਹੜੀ ਨਿੰਦਾ ਹੈ ਉਹ ਕੀਤੀ ਗਈ ਹੈ, ਤੇ ਨਾਲੋਂ ਨਾਲ ਕੁਛ ਹੋਰ ਖਬਰਾਂ ਤੇ ਵੀ ਚਰਚਾ ਜ਼ਰੂਰ ਕਰਾਂਗੇ ਕਿ ਨੂਪਰ ਸ਼ਰਮਾ ਜਿਹਦੇ ਬਿਆਨ ਤੋਂ ਬਾਅਦ ਇਹ ਸਾਰਾ ਕੁਛ ਹੋਇਆ, ਤਾਂ ਇਸ ਤੋਂ ਪਹਿਲਾਂ ਕਦੋਂ-ਕਦੋਂ ਭਾਰਤ ਦੇ ਵਿੱਚ ਮੁਸਲਿਮ ਵਿਰੋਧੀ ਸਟੈਂਡ ਲਏ ਗਏ, ਤੇ ਇਹਦੇ ਵਿੱਚ ਅਮਿਤ ਸ਼ਾਹ ਜਿਹੜੇ ਕਿ ਗ੍ਰਹਿ ਮੰਤਰੀ ਨੇ, ਉਹਨਾਂ ਦਾ ਵੀ ਜਿਹੜਾ ਨਾਂ ਬੋਲਿਆ, ਤੇ ਤਬਲੀਗੀ ਜਮਾਤ ਨੂੰ ਜਾਂ ਹੋਰ ਬਹੁਤ ਸਾਰੇ ਘਟਨਾਕ੍ਰਮਾਂ ਦੇ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ। ਇੱਥੇ ਰੁਕਣਾ ਪੈਣਾ ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਛ ਅਹਿਮ ਖਬਰਾਂ ਤੇ ਚਰਚਾ ਜ਼ਰੂਰ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਿਤੇ ਨਾ ਜਾਏ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕਰਦੇ ਹਾਂ ਕੁਝ ਹੋਰ ਖਬਰਾਂ ਬਾਰੇ ਵੀ ਗੱਲਬਾਤ ਤੇ ਦਿੰਦੇ ਹਾਂ ਤੁਹਾਨੂੰ ਕੁਝ ਖਾਸ ਜਾਣਕਾਰੀਆਂ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਛੱਡੀ ਸੀ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਸਥਿਤੀ ਤੇ ਇਹਨਾਂ ਸਾਰੀਆਂ ਘਟਨਾਵਾਂ ਦਾ ਸਿਆਸੀਕਰਨ ਜਾਂ ਕਹਿ ਲਓ ਸਿਆਸਤ ਦੇ ਸਿਰ ਤੇ ਘੱਟ ਗਿਣਤੀਆਂ ਨਾਲ ਧੱਕੇ ਦੀ ਗੱਲ। ਤੁਹਾਨੂੰ ਯਾਦ ਹੋਣਾ ਜਦੋਂ ਤਬਲੀਗੀ ਭਾਈਚਾਰੇ ਦੇ ਖਿਲਾਫ ਭੰਡੀ ਪ੍ਰਚਾਰ ਜਿਹੜਾ ਕੀਤਾ ਗਿਆ ਸੀ ਤੇ ਇਹ ਇਸਲਾਮੋਫੋਬੀਆ ਦੇ ਨਾਲ ਇਹਨੂੰ ਜੋੜ ਕੇ ਦੇਖਿਆ ਜਾਂਦਾ ਹੈ ਤੇ ਖਬਰ ਚੈਨਲਾਂ ਉੱਪਰ ਭੜਕਾਊ ਸੁਰਖੀਆਂ ਚਲਾਈਆਂ ਗਈਆਂ ਸੀ ਤੇ ਟੀਵੀ ਡਿਬੇਟਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਮੁਸਲਮਾਨ ਆ ਉਹ ਚਾਹੁੰਦੇ ਆ ਵੀ ਭਾਰਤ ਦੇ ਵਿੱਚ ਕਰੋਨਾ ਆਵੇ ਤੇ ਇੱਥੋਂ ਤੱਕ ਕਿਹਾ ਗਿਆ ਸੀਗਾ ਕਿ ਦੇਸ਼ ਨੂੰ ਕਰੋਨਾ ਜਿਹਾਦ ਤੋਂ ਬਚਾਓ। ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ 1000 ਤੋਂ ਜ਼ਿਆਦਾ ਮੁਸਲਿਮ ਪ੍ਰਚਾਰਕਾਂ ਉੱਪਰ ਲਾਕਡਾਊਨ ਦੀ ਉਲੰਘਣਾ ਕਰਨ ਦੇ ਕੇਸ ਵੀ ਜਿਹੜੇ ਆ ਦਰਜ ਕੀਤੇ ਗਏ ਦਰਜ ਕੀਤੇ ਗਏ। ਪਰ ਹੋਇਆ ਕਿ ਅਦਾਲਤਾਂ ਨੇ ਹਿਰਾਸਤ ਦੇ ਵਿੱਚ ਲਏ ਗਏ ਪ੍ਰਚਾਰਕਾਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ 8 ਮਹੀਨਿਆਂ ਬਾਅਦ। ਅਦਾਲਤ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਸਰਕਾਰੀ ਇਸ਼ਾਰੇ ਉੱਪਰ ਬਦਨੀਤੀ ਦੇ ਨਾਲ ਫਸਾਇਆ ਗਿਆ। ਆਪਾਂ ਪਹਿਲਾਂ ਵੀ ਚਰਚਾ ਕਰਕੇ ਹਟੇ ਹਾਂ ਜਾਂ ਪਹਿਲਾਂ ਵੀ ਚਰਚਾ ਕਰਦੇ ਹਾਂ ਆਪਾਂ ਕਦੇ-ਕਦੇ ਕਿ ਜਦੋਂ ਜਿਹੜੀ ਦਿਸ਼ਾ ਰਵੀ ਸੀ ਕੁੜੀ ਉਹਦੇ ਤੇ ਕੇਸ ਪਾਇਆ ਗਿਆ ਤਾਂ ਉਹਦੇ ਬਾਬਤ ਵੀ ਅਦਾਲਤ ਨੇ ਕਿਹਾ ਕਿ ਇਹ ਜਿਹੜੀਆਂ ਟੂਲ ਕਿਟ ਤੁਸੀਂ ਲਾਈ ਬੈਠੇ ਇਹਦੇ ਵਿੱਚ ਕੁਝ ਸਥਾਪਿਤ ਜਿਹੜਾ ਉਹ ਨਹੀਂ ਹੁੰਦਾ। ਇਸੇ ਤਰ੍ਹਾਂ ਕੁਝ ਹੋਰ ਮਾਮਲਿਆਂ ਦੇ ਵਿੱਚ ਚਰਚਾ ਕੀਤੀ ਸੀ ਆਪਾਂ। ਜਿਹੜਾ ਸੁਦਰਸ਼ਨ ਚੈਨਲ ਦਾ ਮਾਲਕ ਆ ਉਹਦੇ ਵਿਰੁੱਧ ਕੇਸ ਦਰਜ ਕੀਤਾ ਤੇ ਉੱਥੇ ਪੁਲਿਸ ਨੇ ਜਦੋਂ ਕਿਹਾ ਗਿਆ, ਪੁਲਿਸ ਨੇ ਆਪਦੇ ਵੱਲੋਂ ਹਲਫਨਾਮਾ ਦਿੱਤਾ ਵੀ ਇਹ ਜਿਹੜੀ ਇਹ ਸਮਾਗਮ ਹੋਇਆ ਹੈ ਹਿੰਦੂ ਰਾਸ਼ਟਰ ਨੂੰ ਸਹੁੰ ਚੁਕਾਉਣ ਵਾਲਾ, ਵੀ ਇਹਦੇ ਵਿੱਚ ਨਫ਼ਰਤੀ ਕੁਛ ਨਹੀਂ ਕਿਹਾ ਗਿਆ। ਤਾਂ ਅਦਾਲਤ ਦੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹ ਦਿੱਲੀ ਪੁਲਿਸ ਨੇ ਜਦੋਂ ਹਲਫਨਾਮਾ ਲਿਖਿਆ ਹੈ ਕਿ ਉਦੋਂ ਉਹਦਾ ਦਿਮਾਗ ਸੀਗਾ ਵੀ ਕਿ ਨਹੀਂ। ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਹਲਫਨਾਮਾ ਅਦਾਲਤ ਦੇ ਵਿੱਚ ਚਲਾ ਕੇ ਮਾਰਿਆ, ਵਗਾਹ ਕੇ ਮਾਰਿਆ, ਤਾਂ ਫਿਰ ਦਿੱਲੀ ਪੁਲਿਸ ਨੇ ਇੱਕ ਨਵਾਂ ਹਲਫਨਾਮਾ ਦਿੱਤਾ ਤੇ ਕੁਝ ਕੇਸ ਵੀ ਜਿਹੜੇ ਆ ਉਹ ਦਰਜ ਕੀਤੇ। ਇਹਨਾਂ ਵਿੱਚ ਉਹ ਵੀ ਸੀਗਾ ਬੰਦਾ ਜਿਹੜਾ ਸੁਦਰਸ਼ਨ ਚੈਨਲ ਦਾ ਮਾਲਕ ਆ ਤੇ ਜਿਹੜਾ ਅੱਜ-ਕੱਲ੍ਹ ਹਿੰਦੂ ਰਾਸ਼ਟਰ ਦੀ ਜ਼ਿਆਦਾ ਪੈਰਵਾਈ ਕਰਦਾ ਹੈ। ਪ੍ਰਚਾਰਕ ਇੰਡੋਨੇਸ਼ੀਆ ਤੋਂ ਆਏ ਸਨ ਤੇ ਇੰਡੋਨੇਸ਼ੀਆ ਨੇ ਵੀ ਫਿਰ ਜਿਹੜਾ ਤਬਲੀਗੀ ਜਮਾਤ ਦਾ ਜਦੋਂ ਕੇਸ ਹੋਇਆ ਸੀ ਤਾਂ ਫਿਰ ਇੰਡੋਨੇਸ਼ੀਆ ਨੇ ਵੀ ਇਹਦੀ ਬਾਬਤ ਜਿਹੜਾ ਆਪਣਾ ਇਤਰਾਜ਼ ਆ ਉਹ ਭਾਰਤ ਕੋਲੇ ਜਤਾਇਆ ਸੀਗਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਜਿਹੜਾ ਸਾਡੇ ਬੰਦਿਆਂ ਦੇ ਨਾਲ ਜਾਂ ਸਾਡੇ ਭਾਈਚਾਰੇ ਨੂੰ ਤੁਸੀਂ ਇਸ ਤਰ੍ਹਾਂ ਭੰਡਦੇ ਹੋ। ਇਕੱਲਾ ਭੰਡਦੇ ਹੀ ਨਹੀਂ, ਤੁਸੀਂ ਫਿਰ ਟੀਵੀ ਡਿਬੇਟਾਂ ਕਰਕੇ ਐਂਟੀ ਮੁਸਲਿਮ ਜਿਹੜਾ ਨੈਰੇਟਿਵ ਆ ਉਹਨੂੰ ਤੁਸੀਂ ਹੋਰ ਬਿਲਡ ਕਰਦੇ ਹੋ, ਸਟਰੋਂਗ ਕਰਦੇ ਹੋ। ਤਾਂ ਫਿਰ ਇਲਜ਼ਾਮ ਵੀ ਲਾਏ ਇੰਡੋਨੇਸ਼ੀਆ ਦੇ ਕੂਟਨੀਤਿਕਾਂ ਨੇ ਕਿ ਹਿੰਦੂ ਬਹੁਗਿਣਤੀ ਦੇਸ਼ ਦੇ ਵਿੱਚ ਹੁਣ ਮੁਸਲਮਾਨਾਂ ਦੀ ਜਿਹੜੀ ਸਥਿਤੀ ਆ ਉਹ ਗੰਭੀਰ ਹੁੰਦੀ ਜਾ ਰਹੀ ਹੈ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤਾਂ ਭਾਜਪਾ ਦੇ ਆਗੂਆਂ ਵੱਲੋਂ ਇਸਲਾਮ ਧਰਮ ਤੇ ਮੁਸਲਮਾਨਾਂ ਬਾਰੇ ਵਿਵਾਦਤ ਬਿਆਨ ਦੇਣਾ ਕੋਈ ਪਹਿਲੀ ਵਾਰੀ ਨਹੀਂ ਹੈ। ਇਹ ਕੋਈ ਨਵੀਂ ਗੱਲ ਵੀ ਨਹੀਂ ਹੈ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਉੱਪਰ ਇਸਲਾਮੋਫੋਬੀਆ ਦੇ ਇਲਜ਼ਾਮ ਝੱਲਣੇ ਪਏ ਹੋਣ ਤੇ ਭਾਰਤ ਨੂੰ ਕੌਮਾਂਤਰੀ ਪੰਚਾਇਤ ਦੇ ਵਿੱਚ ਨਮੋਸ਼ੀ ਝੱਲਣੀ ਪਈ ਹੋਵੇ। 2 ਸਾਲ ਪਹਿਲਾਂ ਭਾਜਪਾ ਐਮਪੀ ਤੇਜਸਵੀ ਸੂਰੀਆ ਅਚਾਨਕ ਵਿਵਾਦਾਂ ਦੇ ਵਿੱਚ ਘਿਰ ਗਏ ਸਨ ਜਦੋਂ ਉਹਨਾਂ ਦਾ 2015 ਦੇ ਵਿੱਚ ਕੀਤਾ ਗਿਆ ਇੱਕ ਟਵੀਟ ਵਾਇਰਲ ਹੋ ਗਿਆ ਸੀ। ਦੁਬਈ ਦੇ ਕੁਵੈਤ ਦੇ ਕਾਰੋਬਾਰੀਆਂ, ਵਕੀਲਾਂ ਅਤੇ ਟਿੱਪਣੀਕਾਰਾਂ ਨੇ ਸੂਰੀਆ ਦੀ ਟਿੱਪਣੀ ਉੱਪਰ ਨਾਰਾਜ਼ਗੀ ਜ਼ਾਹਰ ਕੀਤੀ ਸੀ ਤੇ ਆਖਰਕਾਰ ਸੂਰੀਆ ਨੂੰ ਉਹ ਟਵੀਟ ਜਿਹੜਾ ਡਿਲੀਟ ਕਰਨਾ ਪਿਆ ਸੀ। ਅਮਿਤ ਸ਼ਾਹ ਦੀ ਗੱਲ ਕਰੀਏ, 2018 ਦੀ ਗੱਲ ਹੈ ਜਦੋਂ ਅਮਿਤ ਸ਼ਾਹ ਇੱਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਤੇ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਬੰਗਲਾਦੇਸ਼ ਤੋਂ ਭਾਰਤ ਵਿੱਚ ਆ ਕੇ ਵਸੇ ਲੋਕਾਂ ਤੇ ਇੱਕ ਵਿਵਾਦਤ ਟਿੱਪਣੀ ਕਰਤੀ ਸੀ ਤੇ ਇਹਨਾਂ ਲੋਕਾਂ ਬਾਰੇ ਕਿਹਾ ਸੀਗਾ ਕਿ ਭਾਰਤ ਨੂੰ ਇਹਨਾਂ ਲੋਕਾਂ ਨੇ ਸਿਉਂਕ ਵਾਂਗ ਖਾ ਲਿਆ ਹੈ। ਹੁਣ ਜੇ ਅਮਿਤ ਸ਼ਾਹ ਜੀ ਕੋਲੇ ਟਾਈਮ ਹੋਵੇ ਤਾਂ ਅਸੀਂ ਦੱਸ ਦਿਆਂਗੇ ਕਿ ਭਾਰਤ ਨੂੰ ਕਿਹਨਾਂ ਲੋਕਾਂ ਨੇ ਖਾਧਾ। ਭਾਰਤ ਨੂੰ ਖਾਧਾ ਉਹਨਾਂ ਲੋਕਾਂ ਨੇ ਜਿਨ੍ਹਾਂ ਦੀਆਂ ਪੋਲੀਟੀਸ਼ੀਅਨਾਂ ਦੀਆਂ ਯਾਰੀਆਂ ਵੱਡੇ ਘਰਾਣਿਆਂ ਨਾਲ, ਕਾਰਪੋਰੇਟ ਘਰਾਣਿਆਂ ਨਾਲ ਰਹੀਆਂ ਨੇ। ਇਹ ਕੋਈ ਭਾਜਪਾ 'ਚ ਹੀ ਨਹੀਂ ਹੈ, ਕਾਂਗਰਸ ਦੇ ਵਿੱਚ ਵੀ ਇਹ ਟਰੈਂਡ ਬੜਾ ਚੱਲਿਆ ਕਿ ਪਾਲਿਸੀਜ਼ ਜਦੋਂ ਬਣਦੀਆਂ ਸੀ, ਖਾਸ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ, ਤਾਂ ਉਦੋਂ ਉਹਨਾਂ ਘਰਾਣਿਆਂ ਨੂੰ ਜਿਹੜਾ ਉਹ ਸੈਂਟਰ ਦੇ ਵਿੱਚ ਰੱਖ ਕੇ ਪਾਲਿਸੀਜ਼ ਬਣੀਆਂ। ਹੁਣ ਇਹ ਕਹਿਣਗੇ ਕਿ ਨਹਿਰੂ ਨੇ ਆਹ ਕੀਤਾ, ਇੰਦਰਾ ਗਾਂਧੀ ਨੇ ਆਹ ਕੀਤਾ, ਫਲਾਂ ਕੀਤਾ, ਤਾਂ ਤੁਸੀਂ ਜ਼ਰਾ ਉਹਨਾਂ ਮੁਲਕਾਂ ਦੇ ਵਿੱਚ ਝਾਤ ਮਾਰੋ ਜਿਹੜੇ ਤੁਹਾਡੇ ਨਾਲ ਹੀ ਆਜ਼ਾਦ ਹੋਏ ਸਨ, ਕਿ ਉੱਥੇ ਕਿਹਨੇ ਕੀ-ਕੀ ਕੀਤਾ। ਅੱਜ ਕਦੇ ਇਹ ਕਿਹਾ ਜਾਂਦਾ ਸੀਗਾ ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ, ਤੇ ਅੱਜ ਜਿਹੜਾ ਮੋਦੀ ਹੈ ਤਾਂ ਮੁਮਕਿਨ ਹੈ। ਫ਼ਰਕ ਕੀ ਪਿਆ? 70 ਦੇ ਦਹਾਕੇ 'ਚ ਉਹ ਗੱਲਾਂ ਅਸੀਂ ਸੁਣਦੇ ਰਹੇ ਹਾਂ। ਅੱਜ 2022 ਦੇ ਵਿੱਚ ਮੋਦੀ ਹੈ ਤਾਂ ਮੁਮਕਿਨ ਹੈ। ਨਾ ਫ਼ਰਕ ਪਿਆ ਲੋਕਾਂ ਦੀ ਸਮਝ ਦੇ ਵਿੱਚ, ਸਿਆਸੀ ਸਮਝ ਦੇ ਵਿੱਚ, ਨਾ ਫ਼ਰਕ ਪਿਆ
ਸ਼ਖਸੀ ਪੂਜਾ ਦੇ ਵਿੱਚ ਨਾ ਫਰਕ ਪਿਆ, ਲੋਕਾਂ ਦੀ ਜਿਹੜੀ ਆ ਵਿਅਕਤੀਗਤ ਪੂਜਾ ਕਰਨ ਦੀ ਜਿਹੜੀ ਆਦਤ ਆ ਉਹਦੇ ਵਿੱਚ, ਤੇ ਫਰਕ ਕਿੱਥੇ ਪਿਆ। ਖੈਰ, ਆਪਾਂ ਬੰਗਲਾਦੇਸ਼ ਦੀ ਗੱਲ ਕਰ ਰਹੇ ਸੀਗੇ। ਸੀਨੀਅਰ ਮੰਤਰੀ ਨੇ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਭਾਰਤ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ, ਪਹਿਲਾ ਵਿਅਕਤੀ ਮੋਦੀ ਸਾਹਿਬ ਨੇ, ਦੂਜਾ ਵਿਅਕਤੀ ਅਮਿਤ ਸ਼ਾਹ ਆ। ਜਿਹੜਾ ਬਿਆਨ ਦਿੱਤਾ ਹੈ ਬੇਲੋੜਾ ਤੇ ਅਗਿਆਨਤਾ ਵਾਲਾ ਹੈ। ਤੇ ਬੰਗਲਾਦੇਸ਼ ਦੇ ਵਿੱਚ ਇਹਦੇ ਤੇ ਐਡੀਟੋਰੀਅਲ ਲਿਖੇ ਗਏ, ਤੇ ਬੰਗਲਾਦੇਸ਼ ਦੇ ਵਿੱਚ ਇੱਕ ਕਾਲਮ ਨਿਵੀਸ ਨੇ ਲਿਖਿਆ ਕਿ ਅਮਿਤ ਸ਼ਾਹ ਦਾ ਬੰਗਲਾਦੇਸ਼ ਬਾਰੇ ਅਜਿਹੀਆਂ ਬੇਇੱਜ਼ਤੀ ਵਾਲੀਆਂ ਟਿੱਪਣੀਆਂ ਕਰਨ ਦਾ ਇੱਕ ਇਤਿਹਾਸ ਰਿਹਾ ਹੈ। ਭਾਰਤ ਦੀ ਭਗਵਾਧਾਰੀ ਪਾਰਟੀ ਵੱਲੋਂ ਦੇਸ਼ ਦੀ 20 ਕਰੋੜ ਮੁਸਲਿਮ ਆਬਾਦੀ ਦੇ ਖਿਲਾਫ ਲਗਾਤਾਰ ਨਫ਼ਰਤੀ ਭਾਸ਼ਣ ਦਾਗਣ ਦਾ ਇੱਕ ਰਿਵਾਜ ਪੈਦਾ ਹੋ ਗਿਆ। ਕੁਝ ਆਗੂਆਂ ਨੇ ਤਾਂ ਸਿੱਧੇ ਤੌਰ ਤੇ ਹਿੰਦੂਆਂ ਨੂੰ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦੇ ਲਈ ਹਥਿਆਰ ਚੁੱਕਣ ਦੇ ਲਈ ਵੀ ਉਕਸਾਇਆ ਸੀਗਾ। ਅਤੀਤ ਦੇ ਵਿੱਚ ਹਿੰਦੂ ਕੱਟੜਵਾਦੀਆਂ ਨੇ ਕਥਿਤ ਲਵ ਜਹਾਦ ਦੇ ਖਿਲਾਫ ਝੰਡਾ ਜਿਹੜਾ ਉਹ ਚੁੱਕਿਆ ਹੋਇਆ ਸੀਗਾ। ਇੱਕ ਆਧਾਰਹੀਣ ਸਾਜ਼ਿਸ਼ੀ ਸਿਧਾਂਤ ਦੇ ਵਿੱਚ ਮੁਸਲਮਾਨ ਪੁਰਸ਼ਾਂ ਦੇ ਮਰਦਾਂ ਦੇ ਉੱਪਰ ਇਲਜ਼ਾਮ ਲਾਏ ਗਏ ਕਿ ਉਹ ਹਿੰਦੂ ਕੁੜੀਆਂ ਦੇ ਨਾਲ ਲਵ ਮੈਰਿਜ ਕਰਾਉਂਦੇ ਨੇ, ਪ੍ਰੇਮ ਵਿਆਹ ਕਰਵਾਉਂਦੇ ਨੇ, ਤੇ ਫਿਰ ਉਹਨਾਂ ਦੀ ਜ਼ਬਰੀ ਧਰਮ ਬਦਲੀ ਕਰਵਾ ਦਿੰਦੇ ਨੇ। ਸੋ ਹੁਣ ਲੋਕਾਂ ਵੱਲੋਂ ਪਿੱਛੇ ਜਿਹੇ ਵੀ ਮੰਗ ਕੀਤੀ ਗਈ ਸੀਗੀ ਕਿ ਮੁਸਲਿਮ ਕਾਰੋਬਾਰੀਆਂ ਵੱਲੋਂ ਜਿਹੜੇ ਕੀਤੇ ਜਾ ਰਹੇ ਕਾਰੋਬਾਰ, ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਆਪਾਂ ਦੇਖਿਆ ਸੀਗਾ ਵੀ ਕਰਨਾਟਕ ਦੇ ਵਿੱਚ ਇੱਕ ਐਮਐਲਏ ਨੇ ਮੰਦਿਰ ਦੇ ਬਾਹਰ ਇੱਕ ਫਲਾਂ ਵਾਲੀ ਰੇਹੜੀ ਨੂੰ ਤੋੜਤਾ ਸੀ, ਤੇ ਉਹ ਫਲਾਂ ਵਾਲੀ ਰੇਹੜੀ ਲਾ ਰਿਹਾ ਜਿਹੜਾ ਬੰਦਾ ਸੀਗਾ, ਉਹਨੂੰ ਕੁੱਟਿਆ, ਤੇ ਉਹਦੀ ਜਿਹੜੀ ਆ ਸ਼ਾਇਦ ਲੱਤ ਟੁੱਟ ਗਈ ਜਾਂ ਉਹਦਾ ਸਰੀਰ ਦਾ ਇੱਕ ਅੰਗ ਵੀ ਟੁੱਟ ਗਿਆ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜਿਹੜੀ ਕੁੱਟਮਾਰ ਹੋਈ ਹੈ ਤਾਂ ਹੋਈ ਹੈ ਵੀ ਉਹ ਮੁਸਲਮਾਨ ਸੀ। ਇਸੇ ਤਰ੍ਹਾਂ ਆਪਾਂ ਨਵਰਾਤਿਆਂ ਮੌਕੇ ਦੇਖਿਆ ਹੈ ਦਿੱਲੀ ਦੇ ਵਿੱਚ ਖਾਸ ਕਰਕੇ ਕਿ ਮੀਟ ਦੀਆਂ ਦੁਕਾਨਾਂ ਬੰਦ ਰੱਖੋ, ਮੁਸਲਮਾਨਾਂ ਤੋਂ ਸਮਾਨ ਨਹੀਂ ਲੈਣਾ। ਸੋ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਵੀ ਇਹ ਜਿਹੜਾ ਸ਼ਖਸੀ ਪੂਜਾ, ਇਹ ਇੱਕ ਤੁਹਾਨੂੰ ਉਸ ਧਰਾਤਲ ਦੇ ਵਿੱਚ ਧੱਕ ਦਿੰਦੀ ਆ ਜਿੱਥੋਂ ਤੁਸੀਂ ਮਾਨਸਿਕ ਤੌਰ ਤੇ ਬਾਹਰ ਨਹੀਂ ਨਿਕਲ ਸਕਦੇ। ਤੁਹਾਨੂੰ ਫਿਰ ਜਾਂ ਤਾਂ ਨਰਿੰਦਰ ਮੋਦੀ ਹੀਰੋ ਲੱਗਣਗੇ ਜਾਂ ਫਿਰ ਅਮਿਤ ਸ਼ਾਹ ਹੀਰੋ ਲੱਗਣਗੇ। ਤੁਹਾਨੂੰ ਆਪਣੇ ਬੱਚਿਆਂ ਦੇ ਵਿੱਚ ਵੀ ਜਿਹੜੀ ਕਾਬਲੀਅਤ ਆ ਉਹ ਨਜ਼ਰ ਨਹੀਂ ਆਉਣੀ। ਸੋ ਨਰਿੰਦਰ ਮੋਦੀ ਦੀ ਚੁੱਪੀ ਤੇ ਲਗਾਤਾਰ ਸਵਾਲ ਹੁੰਦੇ ਰਹੇ ਨੇ। ਸੋਸ਼ਲ ਮੀਡੀਆ ਉੱਪਰ ਮੁਸਲਮਾਨ ਔਰਤ ਪੱਤਰਕਾਰਾਂ ਨੂੰ ਵੀ ਨਫ਼ਰਤੀ ਟਿੱਪਣੀਆਂ ਝੱਲੀਆਂ ਪਈਆਂ, ਟ੍ਰੋਲਿੰਗ ਝੱਲਣੀ ਪਈ। ਇੱਥੋਂ ਤੱਕ ਕਿ ਮੁਸਲਮਾਨ ਔਰਤਾਂ ਦੀ ਸੋਸ਼ਲ ਮੀਡੀਆ ਤੇ ਬੋਲੀ ਲਾਈ ਗਈ। ਬੁਲੀ ਬਾਈ ਐਪ ਦੀ ਆਪਾਂ ਗੱਲ ਕਰਦੇ ਰਹੇ ਹਾਂ, ਆਮ ਹੀ ਕਰਦੇ ਰਹੇ ਹਾਂ। ਨਫ਼ਰਤ ਫੈਲਾਉਣ ਵਾਲੇ ਟੀਵੀ ਚੈਨਲਾਂ ਨੇ ਆਪਣੀਆਂ ਬਹਿਸਾਂ ਦੇ ਵਿੱਚ ਕੱਟੜਵਾਦੀ ਰੁਖ ਅਪਣਾਉਂਦਿਆਂ ਬਲਦੀ ਦੇ ਉੱਪਰ ਤੇਲ ਪਾਉਣ ਦਾ ਕੰਮ ਕੀਤਾ। ਸੋ ਬਹੁਤ ਸਾਰਾ ਕੁਝ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ, ਤੇ ਅਕਸਰ ਹੀ ਜਿਹੜੀ ਮੋਦੀ ਸਰਕਾਰ ਜਿਹੜੀ ਆ ਉਹ ਇਹਨਾਂ ਹਰਕਤਾਂ ਤੇ ਸੋਚੀ ਸਮਝੀ ਚੁੱਪੀ ਸਾਧ ਕੇ ਉਹਨਾਂ ਨੇ ਰੱਖੀ, ਜਾਂ ਬਹੁਤ ਸੁਸਤੀ ਦੇ ਨਾਲ ਕਾਰਵਾਈ ਕੀਤੀ, ਜਾਂ ਫਿਰ ਅਜਿਹਾ ਕਰਨ ਵਾਲਿਆਂ ਨੂੰ ਸ਼ਰਾਰਤੀ ਅਨਸਰ ਕਹਿ ਕੇ ਉਹਨਾਂ ਤੋਂ ਪਿੱਛਾ ਛੁਡਾ ਲਿਆ। ਇਹਦਾ ਸਿੱਟਾ ਇਹ ਨਿਕਲਿਆ ਕਿ ਇਹਦੇ ਨਾਲ ਆਮ ਹਿੰਦੂਆਂ ਦੇ ਵਿੱਚ ਵੀ, ਜਿਨ੍ਹਾਂ ਦੀ ਮੁਸਲਮਾਨਾਂ ਨਾਲ ਕੋਈ ਲਾਗ ਡਾਟ ਨਹੀਂ ਹੈ, ਉਹਨਾਂ ਦੇ ਵਿੱਚ ਵੀ ਮੁਸਲਮਾਨਾਂ ਪ੍ਰਤੀ ਜ਼ਹਿਰ ਉਗਲਣ ਦਾ ਹੌਸਲਾ ਵਧਿਆ, ਤੇ ਇਹਦੇ ਸਿੱਟੇ ਵੀ ਹੁਣ ਅੱਜ ਕੱਲ੍ਹ ਭਾਰਤ ਜਿਹੜਾ ਉਹ ਭੁਗਤ ਰਿਹਾ। ਪਰ ਜਿਹੜੇ ਸਮਝਦਾਰ ਲੋਕ ਨੇ, ਸੰਜੀਦਾ ਲੋਕ ਨੇ, ਉਹ ਕਹਿੰਦੇ ਕਿ ਭਾਰਤ ਦਾ ਸਤਿਕਾਰ ਸੀ ਵਰਲਡ ਦੇ ਵਿੱਚ, ਤਾਂ ਭਾਰਤ ਦੇ ਸਤਿਕਾਰ ਨੂੰ ਧੱਬਾ ਲੱਗਿਆ। ਖਾਸ ਕਰਕੇ ਮੋਦੀ ਸਰਕਾਰ ਨੂੰ ਇਸਲਾਮ ਧਰਮ ਦੇ ਬਾਣੀ ਦੇ ਖਿਲਾਫ ਟਿੱਪਣੀਆਂ ਕਰਨ ਦੇ ਬਦਲੇ ਭਾਜਪਾ ਨੂਪੁਰ ਸ਼ਰਮਾ ਨੂੰ ਜਿਹੜਾ ਮੁਅੱਤਲ ਕਰਨਾ ਪਿਆ ਸੀ। ਭਾਨੂ ਪ੍ਰਤਾਪ ਜਿਹੜੇ ਟਿੱਪਣੀਕਾਰ ਨੇ, ਉਹ ਕਹਿੰਦੇ ਨੇ ਕਿ ਇਹਦਾ ਮਤਲਬ ਇਹ ਬਣਦਾ ਕਿ ਘੱਟ ਗਿਣਤੀਆਂ ਨੂੰ ਇੰਪਿਊਨਿਟੀ ਤੇ ਸਰਕਾਰੀ ਸ਼ਹਿ ਦੇ ਉੱਪਰ ਨਫ਼ਰਤੀ ਭਾਸ਼ਣ ਦਾ ਨਿਸ਼ਾਨਾ ਬਣਾਉਣ ਦੇ ਭਾਰਤ ਦੇ ਕੌਮਾਂਤਰੀ ਸਤਿਕਾਰ ਦੇ ਲਈ ਘਾਤਕ ਜਿਹੜਾ ਉਹ ਸਿੱਧ ਹੋਊਗਾ। ਹਾਲਾਂਕਿ ਕਈ ਭਾਜਪਾ ਆਗੂਆਂ ਦਾ ਅਜੇ ਵੀ ਮੰਨਣਾ ਹੈ ਕਿ ਅਰਬ ਦੇਸ਼ਾਂ ਦਾ ਗੁੱਸਾ ਵਕਤੀ ਹੈ, ਤੇ ਕੁਝ ਦਿਨਾਂ ਦੇ ਵਿੱਚ ਹਾਲਾਤ ਮੁੜ ਤੋਂ ਪਹਿਲਾਂ ਵਰਗੇ ਹੋ ਜਾਣਗੇ, ਪਰ ਅਜਿਹਾ ਨਹੀਂ ਹੈ। ਹੁਣ ਦੱਸਦੇ ਚੱਲੀਏ ਕਿ ਭਾਰਤ ਦੇ ਨੁਕਸਾਨ ਦੇ ਕਾਰੋਬਾਰ ਨੂੰ ਨੁਕਸਾਨ ਕਿੱਡਾ ਵਾ। ਇਹ ਲੋਕ ਹਰ ਸਾਲ ਜਿਹੜੇ ਭਾਰਤ ਦੇ ਖਾੜੀ ਮੁਲਕਾਂ ਦੇ ਵਿੱਚ ਵਸਦੇ ਨੇ, 35 ਬਿਲੀਅਨ ਡਾਲਰ ਜਿਹੜੇ ਆ ਭਾਰਤ ਦੇ ਨਾਲ ਆਦਾਨ ਪ੍ਰਦਾਨ ਕਰਦੇ ਨੇ, ਤੇ 4 ਕਰੋੜ ਪਰਿਵਾਰਾਂ ਨੂੰ ਭੇਜਦੇ ਆ। ਜਿੱਥੇ ਭਾਜਪਾ ਦਾ ਰਾਜ ਆ, ਸਭ ਤੋਂ ਗਰੀਬ ਸੂਬਿਆਂ ਦੇ ਵਿੱਚ ਗਿਣਿਆ ਜਾਂਦਾ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਖਾੜੀ ਮੁਲਕਾਂ ਦੇ ਵਿੱਚ ਮਜ਼ਦੂਰੀ ਕਰਨ ਦੇ ਲਈ ਮਜਬੂਰੀ ਵਸ ਜਾਂਦੇ ਨੇ, ਤੇ 87 ਖਰਬ ਡਾਲਰ ਦਾ ਕਾਰੋਬਾਰ ਆ ਭਾਰਤ ਦਾ ਖਾੜੀ ਮੁਲਕਾਂ ਦੇ ਵਿੱਚ। ਭਾਰਤ ਆਪਣੀ ਜ਼ਰੂਰਤ ਦਾ ਸਭ ਤੋਂ ਜ਼ਿਆਦਾ ਤੇਲ ਇਰਾਕ ਤੋਂ, ਫਿਰ ਸਾਊਦੀ ਅਰਬ ਤੋਂ ਮੰਗਵਾਉਂਦਾ ਹੈ। ਭਾਰਤ ਦੇ ਵਿੱਚ ਆਉਣ ਵਾਲੀ 40% ਕੁਦਰਤੀ ਗੈਸ ਕਤਰ ਤੋਂ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਹੁਣ ਕਹਿਣਾ ਪਿਆ ਕਿ ਖਾੜੀ ਮੁਲਕਾਂ ਦੇ ਨਾਲ ਅਸੀਂ ਰਿਸ਼ਤੇ ਜਿਹੜੇ ਆ ਖਰਾਬ ਨਹੀਂ ਕਰ ਸਕਦੇ। ਸੋ ਅਸ਼ੋਕਾ ਯੂਨੀਵਰਸਿਟੀ ਦੇ ਵਿੱਚ ਇਤਿਹਾਸ ਤੇ ਕੌਮਾਂਤਰੀ ਸੰਬੰਧਾਂ ਬਾਰੇ ਪ੍ਰੋਫੈਸਰ ਨੇ ਸ਼੍ਰੀਨਾਥ ਰਾਘਵਨ, ਉਹ ਕਹਿੰਦੇ ਕਿ ਭਾਰਤ ਦੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਨਾਲ ਊਰਜਾ, ਸੁਰੱਖਿਆ, ਪ੍ਰਵਾਸੀਆਂ ਦੇ ਰੂਪ ਦੇ ਵਿੱਚ ਰੁਜ਼ਗਾਰ ਅਤੇ ਪੈਸਾ ਜਿਹੜਾ ਉਹ ਘਰ ਭੇਜਦੇ ਆ,
ਇਹ ਇਸ ਸਬੰਧ ਦੇ ਵਿੱਚ ਮਹੱਤਵਪੂਰਨ ਰਿਸ਼ਤੇ ਆ। ਸੋ ਹੋਰ ਇੱਕ ਲੇਖਕ ਨੇ ਅਹਿਮਦ, ਉਹ ਕਹਿੰਦੇ ਕਿ ਭਾਰਤੀਆਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਗੈਰ ਸਿਆਸੀ ਕਾਨੂੰਨ ਦਾ ਪਾਲਣ ਕਰਨ ਵਾਲੇ ਅਤੇ ਤਕਨੀਕੀ ਤੌਰ ਤੇ ਨਿਪੁੰਨ ਲੋਕਾਂ ਵਜੋਂ ਆਪਣੀ ਪਛਾਣ ਬਣਾਈ ਹੈ, ਤੇ ਜੇਕਰ ਅਜਿਹੀਆਂ ਭੜਕਾਊ ਗੱਲਾਂ ਚੱਲਦੀਆਂ ਰਹੀਆਂ ਤਾਂ ਖਾੜੀ ਦੇਸ਼ਾਂ ਦੇ ਵਿੱਚ ਲੋਕ ਭਾਰਤੀਆਂ ਨੂੰ ਰੱਖਣ ਤੋਂ ਗੁਰੇਜ਼ ਕਰਨ ਲੱਗਣਗੇ, ਤੇ ਉਹ ਕਿਸੇ ਕੱਟੜਪੰਥੀ ਨੂੰ ਕੰਮ ਤੇ ਰੱਖਣ ਦਾ ਖਤਰਾ ਕਿਵੇਂ ਚੁੱਕ ਸਕਦੇ ਸਨ। ਸੋ ਇਹ ਪੂਰਾ ਜਿਹੜਾ ਮਾਹੌਲ ਆ ਉਹਦੇ ਤੇ ਆਪਾਂ ਚਰਚਾ ਕੀਤੀ ਆ। ਨਫ਼ਰਤੀ ਭਾਸ਼ਣ ਦੇ ਮਾਮਲੇ ਦੇ ਵਿੱਚ ਹੁਣ ਨੂਪਰ ਸ਼ਰਮਾ, ਜਿੰਦਲ, ਓਵੈਸੀ, ਸਭਾ ਨਕਵੀ ਤੇ ਕਈ ਹੋਰਾਂ ਦੇ ਖਿਲਾਫ ਜਿਹੜੇ ਕੇਸ ਆ ਉਹ ਦਰਜ ਕਰ ਲਏ ਗਏ ਆ। ਇਹਨਾਂ ਦੇ ਵਿੱਚ ਨਵੀਨ ਜਿੰਦਲ, ਅਨੂਪਰ ਸ਼ਰਮਾ, AIMI ਦੇ ਮੁਖੀ ਅਸੂਦੀਨ ਓਵੈਸੀ, ਸ਼ਦਾਬ ਚੌਹਾਨ, ਸਭਾ ਨਕਵੀ, ਮੌਲਾਨਾ ਮੁਫਤੀ ਨਦੀਮ ਤੇ ਹੋਰ ਕਈ ਜਿਹੜੇ ਆ ਉਹ ਸ਼ਾਮਲ ਨੇ। ਉਧਰ ਦੂਜੇ ਪਾਸੇ ਐਡੀਟਰ ਗਿਲਡ ਦੀ ਚਰਚਾ ਕਰਦੇ ਚਲੇ ਗਏ ਜਾਂਦੇ ਜਾਂਦੇ ਕੁਝ ਨਿਊਜ਼ ਚੈਨਲਾਂ ਦੇ ਗੈਰ ਰਵਾਨਾ ਰਵੱਈਏ ਕਰਕੇ ਕੌਮੀ ਵਿਵਾਦ ਦੇ ਬਦਤਰ ਹੋਣ ਅਤੇ ਦੋ ਫਿਰਕਿਆਂ ਦੇ ਵਿਚਕਾਰ ਵੱਡਾ ਪਾੜ ਪਾਉਣ ਦਾ ਐਡੀਟਰ ਗਿਲਡ ਆਫ ਇੰਡੀਆ ਨੇ ਨੋਟਿਸ ਲਿਆ। ਐਡੀਟਰ ਗਿਲਡ ਆਫ ਇੰਡੀਆ ਨੇ ਇਹਨਾਂ ਚੈਨਲਾਂ ਨੂੰ ਨਸੀਹਤ ਦਿੱਤੀ ਹੈ ਵੀ ਰੁਕ ਜਾਓ, ਤੁਸੀਂ ਆਲੋਚਨਾਤਮਕ ਢੰਗ ਦੇ ਨਾਲ ਇਸ ਗੱਲ ਤੇ ਵਿਚਾਰ ਕਰੋ। ਕਾਨਪੁਰ ਹਿੰਸਾ ਦੇ ਦੌਰਾਨ ਵੀ ਜਿਹੜੇ ਦਰਸ਼ਕਾਂ ਦੀ ਗਿਣਤੀ ਤੇ ਕੁਝ ਲਾਭ ਵਧਾਉਣ ਦੇ ਲਈ ਵਿਊਜ਼ ਆ ਜਾਣ, ਉਹਦੇ ਲਈ ਉਹ ਕਹਿੰਦੇ ਕਿ ਤੁਹਾਡੀ ਜਿਹੜੀ ਪਹੁੰਚ ਸੀਗੀ ਕਾਨਪੁਰ ਹਿੰਸਾ ਦੇ ਮਾਮਲੇ ਦੇ ਵਿੱਚ, ਉੱਥੇ ਵੀ ਜਿਹੜੀ ਆ ਉਹ ਗੈਰ ਜ਼ਿੰਮੇਵਾਰਾਨਾ ਸੀਗੀ। ਐਡੀਟਰ ਗਿਲਡ ਨੇ ਬ੍ਰੌਡਕਾਸਟਰਾਂ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੂੰ ਸਖਤ ਚੌਕਸੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਹਾਡੇ ਕਰਕੇ ਜਿਹੜੀ ਤੁਹਾਡੀ ਕਵਰੇਜ ਆ ਮੁਲਕ ਨੂੰ, ਇੱਕ ਸ਼ਬਦ ਵਰਤਿਆ ਗਿਆ ਬੇਲੋੜੀ ਸ਼ਰਮਿੰਦਗੀ, ਉਹਦਾ ਕਾਰਨ ਜਿਹੜਾ ਬਣਾ ਦਿੱਤਾ ਹੈ। ਸੋ ਹੁਣ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਪ੍ਰਤੀ ਜਾਗਰੂਕ ਕੀਤਾ ਜਾਊਗਾ, ਤੇ ਤਾਂ ਜੋ ਇਹ ਬੇਲੋੜੀ ਸ਼ਰਮਿੰਦਗੀ ਜਿਹੜਾ ਸ਼ਬਦ ਵਰਤਿਆ ਗਿਆ ਉਹਦੇ ਤੋਂ ਬਚਿਆ ਜਾ ਸਕੇ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਤੁਹਾਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਵਿਸ਼ਵ ਭਰ ਦੇ ਵਿੱਚ ਵਾਪਰੀਆਂ ਤੇ ਅਮਰੀਕਾ ਦੇ ਵਿੱਚ ਵਾਪਰੀਆਂ ਕੁਝ ਖਾਸ ਖਬਰਾਂ ਬਾਰੇ ਦੇਣਗੇ, ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।